ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭੂਲ ਛਿਮੋ ਹਮਰੀ ਪ੍ਰਵਾਪਨ ਭੂਲਨ ਹਾਰ ਕਹਾਂ ਕੋ ਮੁਸ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ ਦੇ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੀ ਅਸੀਸ ਗੁਰੂ ਦੀ ਕਿਰਪਾ ਨਾਲ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਕੁਝ ਚਿਰ ਤੋਂ ਚੱਲ ਰਹੀ ਹੈ। ਅੱਜ ਅਸੀਂ ਪੰਜਵੀਂ ਪੌੜੀ ਆਨੰਦ ਸਾਹਿਬ ਦੀ ਵਿਚਾਰਨੀ ਹੈ। ਗੁਰੂ ਅਮਰਦਾਸ ਦੀ ਹੈ ਬਹੁਤ ਹੀ ਪ੍ਰੀਤੀ ਬਾਣੀ। ਜੀਵਨ ਦੇ ਉਸ ਤਤ ਗਿਆਨ ਬਾਰੇ ਦਰਸ਼ਨ ਕਰਾਉਂਦੀ ਹੈ ਜਿਹੜੇ ਸਾਡੇ ਸਾਰਿਆਂ ਨਾਲ ਰਿਲੇਸ਼ਨ ਰੱਖਦਾ ਹੈ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ। ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਇੱਕ ਆਨੰਦ ਹੈ ਜਿਸ ਨੂੰ ਅਸੀਂ ਸਭ ਖੋਜਦੇ ਹਾਂ। ਹਉਮੈ ਦੇ ਵਿੱਚ ਖੋਜਦੇ ਹਾਂ, ਹਉਮੈ ਦੀ ਕਿਸ਼ਤੀ ਵਿੱਚ ਬੈਠ ਕੇ ਖੋਜਦੇ ਹਾਂ, ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਝਲਕਾਂ ਮਿਲਦੀਆਂ ਹਨ ਪਰ ਗਿਆਨ ਨਹੀਂ ਹੁੰਦਾ ਹੈ। ਗੁਰੂ ਸਾਹਿਬ ਸਾਨੂੰ ਪ੍ਰਤੱਖ ਕਰਾ ਰਹੇ ਹਨ। ਇੱਕ ਨਦੀ ਹੈ, ਅਸੀਂ ਨਦੀ ਦੇ ਇਸ ਤੱਟ ਤੇ ਖੜੇ ਹਾਂ। ਗੁਰੂ ਉਸ ਪਾਰ ਤੋਂ ਬੋਲਦਾ ਹੈ। ਸਾਨੂੰ ਗੁਰੂ ਦੀ ਭਾਸ਼ਾ ਸਮਝ ਨਹੀਂ ਆਉਂਦੀ ਹੈ। ਗੁਰੂ ਕੀ ਕਹਿ ਰਿਹਾ ਹੈ ਉਹਦੇ ਵਿੱਚ ਇੱਕ ਦਰਸ਼ਨ ਹਨ, ਇੱਕ ਐਕਸਪੀਰੀਅੰਸ ਹੈ ਜਿਹੜਾ ਸਾਡੇ ਮਨ ਵਿੱਚ ਪ੍ਰਤੱਖ ਨਹੀਂ ਹੈ। ਇਸ ਕਰਕੇ ਇਹ ਬਾਣੀ ਸਾਨੂੰ ਕਨੈਕਟ ਨਹੀਂ ਕਰਦੀ ਕਿਉਂਕਿ ਅਸੀਂ ਉਹਨੂੰ ਪੂਰੀ ਤਰ੍ਹਾਂ ਜਾਣਦੇ ਨਹੀਂ ਹਾਂ। ਉਹਦਾ ਪੋਟੈਂਸ਼ੀਅਲ ਸਾਨੂੰ ਰਿਵੀਲ ਨਹੀਂ ਹੋਇਆ ਹੈ। ਜੀਵਨ ਦੇ ਵਿੱਚ ਜੋ ਵੀ ਅਸੀਂ ਕਰਦੇ ਹਾਂ, ਜੋ ਵੀ ਅਸੀਂ ਲੱਭਦੇ ਹਾਂ, ਉਹਦੇ ਤੱਤ ਵਿੱਚ ਇੱਕ ਭਾਲ ਹੈ, ਇੱਕ ਸਰਚ ਹੈ। ਪਹਿਲਾਂ ਉਹ ਆਈਡੈਂਟੀਟੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਮੈਂ ਕੀ ਹਾਂ, ਅਸੀਂ ਉਸ ਨੂੰ ਫਰਮ ਕਰਦੇ ਹਾਂ, ਮੈਂ ਨੂੰ ਆਪ ਹੀ ਬਣਾਉਂਦੇ ਹਾਂ ਔਰ ਫਿਰ ਉਹਦੇ ਜਾਲ ਵਿੱਚ ਫਸ ਜਾਂਦੇ ਹਾਂ। ਮੈਂ ਨੂੰ ਤਿਆਗਣਾ ਵੀ ਔਖਾ ਹੋ ਜਾਂਦਾ ਹੈ, ਮੈਂ ਨਾਲ ਜੀਣਾ ਵੀ ਔਖਾ ਹੋ ਜਾਂਦਾ ਹੈ। ਬਾਣੀ ਦੇ ਵਿੱਚ ਗੁਰੂ ਨੇ ਕੁਝ ਸ਼ਬਦ ਬਾਰ-ਬਾਰ ਵਰਤੇ ਹਨ। ਇਹ ਸੰਕੇਤ ਹੈ ਕਿ ਉਹ ਸ਼ਬਦ ਜਾਗਰਤ ਕਰਨ ਦੀ ਇੱਕ ਵਿਧੀ ਹੈ, ਮੈਥਡ ਹੈ। ਅਸੀਂ ਉਹਨਾਂ ਸ਼ਬਦਾਂ ਦਾ ਧਿਆਨ ਕਰੀਏ। ਇਹਨਾਂ ਪਿਛਲੀ 4 ਪੌੜੀ ਔਰ ਅੱਜ 5ਵੀਂ ਪੌੜੀ ਦੇ ਵਿੱਚ ਕਿਹੜੇ ਸ਼ਬਦ ਬਾਰ-ਬਾਰ ਰਿਪੀਟ ਹੋ ਰਹੇ ਹਨ, ਜਿਵੇਂ ਕਿ ਕੁਝ ਮੈਸੇਜ ਦਿੱਤਾ ਜਾ ਰਿਹਾ ਹੋਏ ਔਰ ਸਾਨੂੰ ਸਮਝ ਨਾ ਆ ਰਿਹਾ ਹੋਏ। ਗੁਰੂ ਨਾਮ ਦੀ ਗੱਲ ਕਰਦਾ ਹੈ। ਨਾਮ ਦੇ ਵਿੱਚ ਅਸੀਂ ਉਤਰਾਂਗੇ ਤੇ ਉਹਨੂੰ ਜਾਣ ਲਵਾਂਗੇ। ਗੁਰੂ ਨੇ ਸ਼ਬਦ ਦੀ ਗੱਲ ਕੀਤੀ ਹੈ, ਮਨ ਦੀ ਗੱਲ ਕੀਤੀ ਹੈ। ਇਹ ਸਭ ਐਕਸਪੀਰੀਐਂਸ਼ੀਅਲ ਗੱਲਾਂ ਨੇ। ਕਰਨਾ ਤਾਂ ਉਹੀ ਹੈ ਜੋ ਗੁਰੂ ਸਾਨੂੰ ਬਾਰ-ਬਾਰ ਸਮਝਾ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸੰਕੇਤ ਕੀਤਾ ਹੈ ਕਿ ਸੁਣਨ ਤੋਂ ਮਨ ਬਦਲੀ ਹੁੰਦਾ ਹੈ। 4 ਪੌੜੀਆਂ ਸੁਣਨ ਦੀ ਜਪਜੀ ਸਾਹਿਬ ਵਿੱਚ ਮੰਨਣ ਤੋਂ ਪਹਿਲੇ ਹਨ। ਜਿਹੜਾ ਪੂਰੀ ਤਰ੍ਹਾਂ ਸੁਣ ਲੈਂਦਾ ਹੈ, ਸੁਣੀਏ ਦੁਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ। ਉਹ ਸਦਾ ਵਿਗਾਸ ਔਰ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਕੀ ਸੁਣਨਾ ਹੈ, ਕਿਸ ਨੂੰ ਜਾਣਨਾ ਹੈ, ਔਰ ਫਿਰ ਇਸ ਸੁਣਨ ਤੋਂ ਬਾਅਦ ਮੰਨਣ ਦੇ ਵਿੱਚ ਉਤਰਨ ਦੀ ਗੱਲ ਆਉਂਦੀ ਹੈ। ਉਹ ਕੌਣ ਹੈ ਜੋ ਮੰਨਣ ਵਿੱਚ ਉਤਰੇਗਾ? ਜਿਸ ਨੇ ਪੂਰੀ ਤਰ੍ਹਾਂ ਸੁਣ ਲਿਆ ਉਹ ਤਾਂ ਵਿਗਾਸ ਵਿੱਚ ਚਲਾ ਗਿਆ। ਫਿਰ ਮੰਨਣ ਵਿੱਚ ਕੌਣ ਉਤਰਿਆ? ਕਿਹੜਾ ਭਗਤ ਹੈ ਉਹ
ਫਿਰ ਉਹ ਮੰਨਣ ਵਿੱਚ ਉਤਰੇਗਾ, ਫਿਰ ਪੰਚ ਬਣੇਗਾ। ਬਾਣੀ ਇੱਕ ਬੋਹਿਥਾ ਹੈ, ਜਹਾਜ਼ ਹੈ। ਅਸੀਂ ਉਹਨੂੰ ਜਾਣਦੇ ਨਹੀਂ ਹਾਂ ਕਿ ਅਸੀਂ ਕਿਸ ਚੀਜ਼ ਦੇ ਨਾਲ ਸਾਂਝ ਪਾਉਣ ਲੱਗੇ ਹਾਂ। ਇੰਨਾ ਕੁ ਤਾਂ ਜ਼ਰੂਰ ਹੈ ਕਿ ਜੋ ਵੀ ਬਾਣੀ ਨਾਲ ਅਸੀਂ ਕਰੀਏ ਪੂਰੇ ਧਿਆਨ ਵਿੱਚ ਕਰੀਏ, ਸਭ ਕੁਝ ਛੱਡ ਕੇ, ਦੁਨੀਆ ਭੁੱਲ ਕੇ ਸ਼ਬਦ ਦੇ ਨਾਲ ਸਾਂਝ ਪਾਈਏ। ਗੁਰੂ ਕਹਿੰਦਾ ਫਿਰ ਇੱਕ ਪ੍ਰੇਮ ਉੱਠੇਗਾ, ਔਰ ਗੁਰੂ ਨੇ ਇਹ ਸਮਝਾਇਆ ਹੈ ਕਿ ਪ੍ਰੇਮ ਰਸਤਾ ਹੈ ਨਿਰੰਕਾਰ ਨਾਲ ਜੁੜਨ ਦਾ। ਭਾਖਿਆ ਪਾਉ ਅਪਾਰ, ਪਾਵਨੀ ਭਗਤ ਪਾਏ ਕੋਡੀ ਅਗਰ ਭਾਗ ਰਾਖੇ, ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤੇ। ਗੁਰੂ ਕਹਿੰਦਾ ਹੈ ਕਿ ਭੈ ਜਦੋਂ ਭਾਉ ਵਿੱਚ ਬਦਲ ਗਿਆ, ਸਾਚ ਕਹੂੰ ਮੈਂ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਪਰ ਇਹ ਕਿਵੇਂ ਹੁੰਦਾ ਹੈ? ਅੱਜ ਦੀ ਪੌੜੀ ਵਿੱਚ ਵਿਚਾਰਦੇ ਹਾਂ। ਮਹਾਰਾਜ ਗੁਰੂ ਅਮਰਦਾਸ ਭੇਦ ਖੋਲ੍ਹਦੇ ਹਨ, ਰਹੱਸ ਖੋਲ੍ਹਦੇ ਹਨ ਜੀਵਨ ਦਾ, ਦਰਸ਼ਨ ਕਰਾਉਂਦੇ ਹਨ ਸਾਨੂੰ ਤਤ ਗਿਆਨ ਦੀ। ਕੋਈ ਵੀਰ ਭੈਣ ਪੰਜਵੀਂ ਪੌੜੀ ਪੜ੍ਹਦੇ, ਫਿਰ ਉਹਦੀ ਵਿਚਾਰ ਵਿੱਚ ਆਪ ਦੀ ਕਿਰਪਾ ਨਾਲ, ਸੰਗਤ ਦੀ ਅਸੀਸ ਨਾਲ ਉਤਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕੱਲਾ ਚਿਤ ਕਰ ਧਾਰਿਆ, ਪੰਚ ਤੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਜਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਦੀ ਇਸ ਪੌੜੀ ਦੇ ਵਿੱਚ ਗੁਰੂ ਨੇ ਪਹਿਲੀ ਪੰਕਤੀ ਵਿੱਚ ਹੀ ਸ਼ਬਦ ਦੇ ਦਰਸ਼ਨ ਕਰਾਏ ਹਨ। ਇਸ ਸ਼ਬਦ ਦੇ ਦਰਸ਼ਨ ਪਿਛਲੀ ਪੌੜੀਆਂ ਵਿੱਚ ਵੀ ਹਨ। ਇਹ ਸ਼ਬਦ ਦਾ ਅਰਥ ਕੀ ਬੈਠਦਾ ਹੈ? ਬਾਣੀ ਦੇ ਵਿੱਚ ਜਦੋਂ ਸ਼ਬਦ ਦੀ ਵਿਚਾਰ ਚੱਲਦੀ ਹੈ ਤਾਂ ਇਸ ਤੋਂ ਕੀ ਭਾਵ ਬਣਦਾ ਹੈ ਸਿੱਖ ਲਈ? ਗੁਰੂ ਨੇ ਆਪਣੇ ਸਿੱਖ ਨੂੰ ਸ਼ਬਦ ਨਾਲ ਜੋੜਿਆ ਹੈ। ਸ਼ਬਦ ਦੇ ਪੱਲੇ ਗੁਰੂ ਨਾਨਕ ਨੇ ਸੁਰਤ ਨੂੰ ਬੰਨ੍ਹਿਆ ਹੈ। ਸਾਡਾ ਫਰਜ਼ ਪੁਕਾਰਨਾ ਹੈ, ਪੁਕਾਰ ਕੇ ਇਕਾਗਰ ਹੋਣਾ ਹੈ, ਸੁਰਤ ਦਾ ਗਿਆਨ ਪ੍ਰਾਪਤ ਕਰਨਾ ਹੈ ਔਰ ਸ਼ਬਦ ਦੀ ਹਜ਼ੂਰੀ ਵਿੱਚ ਦਰਸ਼ਨ ਕਰਨੇ ਹਨ ਸਤ ਦੇ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਜੀਵਨ ਦਾ ਸੋਰਸ ਕੀ ਹੈ? ਆਧਾਰ ਕੀ ਹੈ? ਜੀਵਨ ਕਿੱਥੋਂ ਆਉਂਦਾ ਹੈ, ਕਿੱਧਰ ਜਾਂਦਾ ਹੈ, ਕੀ ਬਣਦਾ ਹੈ? ਜਦੋਂ ਇਸ ਵਿਚਾਰ ਵਿੱਚ ਉਤਰਦੇ ਹਾਂ ਤਾਂ ਹਉਮੈ ਸੌਖੀ ਗਿਰ ਜਾਂਦੀ ਹੈ। ਸਾਨੂੰ ਗਿਆਨ ਹੋ ਜਾਂਦਾ ਹੈ ਕਿ ਸਾਡੇ ਤੋਂ ਪਰੇ ਵੀ ਜੀਵਨ ਹੈ। ਨਹੀਂ ਤਾਂ ਆਪਣੇ ਵਿਚਾਰਾਂ ਵਿੱਚ ਹੀ ਉਲਝ ਕੇ ਅਸੀਂ ਵਿਚਾਰਾਂ ਨੂੰ ਹੀ ਜੀਵਨ ਜਾਣ ਲੈਂਦੇ ਹਾਂ। ਮਨ ਦੇ ਦਰਸ਼ਨ ਵਿਚਾਰ ਦੇ ਰੂਪ ਵਿੱਚ ਸਾਨੂੰ ਹੁੰਦੇ ਹਨ, ਪਰ ਵਿਚਾਰ ਤੋਂ ਪਰੇ ਕੀ ਹੈ ਉਹਦਾ ਗਿਆਨ ਨਹੀਂ ਹੈ। ਕਦੇ ਕਦੇ ਵਿਚਾਰ ਬਹੁਤ ਥੋੜ੍ਹੇ ਸਮੇਂ ਲਈ ਕਦੇ ਗਿਰ ਜਾਂਦੇ ਹਨ, ਸਾਨੂੰ ਗਿਆਨ ਵੀ ਨਹੀਂ ਹੁੰਦਾ, ਸਕੂਨ ਮਿਲ ਜਾਂਦਾ ਹੈ। ਅਸੀਂ ਕਿਸੇ ਨਵੀਂ ਜਗ੍ਹਾ 'ਤੇ ਜਾਂਦੇ ਹਾਂ, ਮਨ ਬਦਲਦਾ ਹੈ, ਕੁਝ ਸਮੇਂ ਲਈ ਵਿਚਾਰ ਘਟ ਜਾਂਦੇ ਹਨ, ਸਾਨੂੰ ਲੱਗਦਾ ਹੈ ਕਿ ਸਕੂਨ ਮਿਲਿਆ। ਸਾਨੂੰ ਮਨ ਦੀ ਸਾਈਕੋਲੋਜੀ ਦਾ ਗਿਆਨ ਪੂਰਾ ਨਹੀਂ ਹੈ। ਮਨ ਬਦਲਿਆ ਹੈ, ਹੁਣ ਆਪਣੀ ਆਪ ਦੇ ਵਿੱਚ ਆਏਗਾ ਤੇ ਫਿਰ ਤੇਜ਼ੀ ਨਾਲ ਉਸੇ ਰਫ਼ਤਾਰ ਨਾਲ ਚੱਲ ਪਏਗਾ, ਸਾਨੂੰ ਘੇਰ ਲਏਗਾ। ਆਹ ਜਨਮ ਵਿਚਾਰ ਘੇਰ ਕੇ ਰੱਖਦੇ ਹਨ।
ਔਰ ਫਿਰ ਵਿਚਾਰ ਮੈਨੂੰ ਡਿਫਾਈਨ ਕਰ ਲੈਂਦੇ ਹਨ। ਇਹਨੂੰ ਸਮਝਣਾ ਹੈ। ਇੱਕ ਵਿਚਾਰ ਆਈ, ਮਾੜੀ ਜਾਂ ਚੰਗੀ, ਮੈਂ ਉਸ ਨੂੰ ਅਪਣਾ ਲਿਆ, ਇਹ ਮੇਰੀ ਵਿਚਾਰ ਹੈ, ਮੈਂ ਬਣ ਗਿਆ। ਮੈਂ ਉਸ ਵਿਚਾਰ ਦੀ ਸੁਣ ਲਈ, ਜੋ ਮੈਂ ਸੁਣਾਂਗਾ ਮੈਂ ਬਣ ਜਾਵਾਂਗਾ। ਅਗਰ ਵਿਚਾਰ ਦੇ ਚਲਦੇ ਮੈਂ ਉਹਦੇ ਕਾਊਂਟਰ ਵਿੱਚ ਸ਼ਬਦ ਨੂੰ ਜੀਵਨ ਵਿੱਚ ਉਤਾਰ ਲਵਾਂ ਤਾਂ ਜੀਵਨ ਸਬਕੌਂਸ਼ੀਅਸ ਲੈਵਲ ਤੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ, ਜਿਸ ਨੂੰ ਗੁਰੂ ਕਹਿੰਦੇ ਹਨ ਘੜੀਏ ਸ਼ਬਦ ਸੱਚੀ ਟਕਸਾਲ। ਇਹ ਘੜਨਾ ਕਿਸਨੇ ਹੈ? ਅਸੀਂ ਕਦੇ ਵਿਚਾਰਿਆ ਨਹੀਂ ਹੈ। ਕੌਣ ਕਰ ਰਿਹਾ ਹੈ? ਕਿੱਥੇ ਘੜਨਾ ਹੋ ਰਿਹਾ ਹੈ? ਕਦੀ ਦੇਖਿਆ ਤੇ ਨਹੀਂ, ਕਦੇ ਦਿਖਿਆ ਵੀ ਨਹੀਂ। ਇਹ ਘੜਨ ਹੋ ਕਿੱਥੇ ਰਿਹਾ ਹੈ? ਦਰਅਸਲ ਸ਼ਬਦ ਨਿਰੰਕਾਰ ਦੇ ਦਰਸ਼ਨ ਹਨ। ਇਹ ਸਾਰੀ ਸ੍ਰਿਸ਼ਟੀ ਵਿੱਚ ਕੁਝ ਸ਼ਬਦਾਂ ਦੇ ਇਸ ਤਰ੍ਹਾਂ ਦੇ ਦਰਸ਼ਨ ਹਨ ਜਿਹੜੇ ਸੋਰਸ ਤੋਂ, ਸੂਤਰ ਤੋਂ ਪਤਾ ਲੱਗਦੇ ਹਨ। ਸ਼ਬਦ ਹੈ, ਨਾਮ ਹੈ, ਆਨੰਦ ਹੈ, ਅਨਹਦ ਨਾਦ ਹੈ। ਇਹ ਇਸ਼ਾਰੇ ਹਨ ਜੀਵਨ ਦਾ ਸੋਰਸ ਕੀ ਹੈ। ਗੁਰੂ ਨੇ ਹੁਕਮ ਦੀ ਗੱਲ ਸਿੱਧ ਗੋਸ਼ਟ ਵਿੱਚ ਸਾਨੂੰ ਕੀਤੀ ਹੈ। ਫਿਰ ਸੁਣ ਦੀ ਗੱਲ ਸਵਾਸ ਨਾਲ ਰਿਲੇਸ਼ਨ ਰੱਖ ਕੇ ਕੀਤੀ ਹੈ। ਕਿੰਨੀ ਚੀਜ਼ਾਂ ਕੌਮ ਵਿਚਾਰਦੀ ਹੈ, ਕਿਤਨੀ ਪੋਲਿਟਿਕਸ ਵਿੱਚ ਅਸੀਂ ਵਿਚਾਰ ਕਰਦੇ ਹਾਂ। ਇਹਨਾਂ ਬਾਣੀਆਂ ਦੀ ਕੂੜੀ ਵਿਚਾਰ ਔਰ ਇਹਦਾ ਅਭਿਆਸ ਤਤ ਗਿਆਨ ਹੈ ਜੀਵਨ ਦਾ। ਫਰਜ਼ ਤਾਂ ਸਾਡਾ ਬਣਦਾ ਹੈ ਆ ਜੀਵਨ ਇਹਨਾਂ ਬਾਣੀਆਂ ਨੂੰ ਵਿਚਾਰ ਕਰਕੇ ਇਹਦੇ ਅਭਿਆਸ ਵਿੱਚ ਉਤਰ ਕੇ ਇਹਨਾਂ ਨੂੰ ਜਾਣੀਏ। ਥੋੜ੍ਹਾ ਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਸ਼ਬਦ ਦੇ ਅਭਿਆਸ ਤੋਂ ਹੋਰ ਵਿਚਾਰ ਨੂੰ ਤਾਕਤਵਰ ਦੇ ਰਹੇ ਹਾਂ, ਤਾਕਤ ਦੇ ਰਹੇ ਹਾਂ, ਸ਼ਬਦ ਨੂੰ ਘਟਾ ਰਹੇ ਹਾਂ। ਇਹ ਸ਼ਬਦ ਜੀਵਨ ਦੇ ਸੋਰਸ ਤੋਂ ਆ ਰਿਹਾ ਹੈ। ਜਿਵੇਂ ਕੋਈ ਸੀਕਰ ਗੰਗਾ ਵਿੱਚ ਜਾ ਕੇ ਗੰਗੋਤਰੀ ਵੱਲ ਜਾਂਦਾ ਹੈ ਕਿ ਸੋਰਸ ਕੀ ਹੈ। ਦਰਅਸਲ ਗੱਲ ਤਾਂ ਮੇਰੇ ਸੋਰਸ ਦੀ ਹੈ। ਮੇਰਾ ਸੋਰਸ ਕੀ ਹੈ? ਮੇਰਾ ਜੀਵਨ ਕਿੱਥੋਂ ਆ ਰਿਹਾ ਹੈ? ਫਿਰ ਹੁਕਮ ਦੀ ਗੱਲ ਆ ਜਾਂਦੀ ਹੈ। ਦੇਖੋ ਮਹਾਰਾਜ, ਆਨੰਦ ਹੈ, ਨਾਮ ਹੈ, ਸ਼ਬਦ ਹੈ, ਹੁਕਮ ਹੈ। ਇਹ ਸਭ ਸੋਰਸ ਤੋਂ ਹੀ ਆ ਰਹੇ ਹਨ, ਜਿਸ ਨੂੰ ਅਸੀਂ ਨਿਰੰਕਾਰ ਦੇ ਦਰਸ਼ਨ ਕਹਿ ਸਕਦੇ ਹਾਂ। ਪਰ ਇਹ ਡਾਇਮੈਂਸ਼ਨ ਹੋਰ ਹੈ, ਅੱਖਾਂ ਹੋਰ ਨੇ ਉਹਦੇ ਵਾਸਤੇ, ਤਾਂ ਅਸੀਂ ਦੇਖ ਨਹੀਂ ਪਾਉਂਦੇ। ਸਾਨੂੰ ਦਿਖਦਾ ਨਹੀਂ ਤਾਂ ਮਨ ਦਾ ਧੋਖਾ ਉਤਰਦਾ ਨਹੀਂ, ਧੋਖਾ ਚੱਲਦਾ ਹੀ ਰਹਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਤਨੀ ਗੂੜੀ ਗੱਲ ਕੀਤੀ ਹੈ ਕਿ ਜਦੋਂ ਆਪਣੇ ਆਪ ਨੂੰ ਜਾਣਾਂਗੇ ਤਾਂ ਧੋਖਾ ਉਤਰੇਗਾ। ਮਨ ਚੀਨੇ ਤਾਂ ਫਿਰ ਭਰਮ ਉਤਰਦਾ ਹੈ, ਸਾਹਿਬ ਕਹਿੰਦੇ ਹਨ। ਜਿਹੜਾ ਜਾਣਦਾ ਹੈ ਉਹ ਇਸ਼ਾਰੇ ਕਰਦਾ ਹੈ, ਸਾਨੂੰ ਸਮਝ ਨਹੀਂ ਆਉਂਦੇ ਹਨ। ਮਨ ਦੇ ਸਟਰਕਚਰ ਨੂੰ, ਮਨ ਦੀ ਬਣਤ ਨੂੰ ਜਾਣ ਲਈਏ ਤਾਂ ਜੀਵਨ ਸਮਝ ਆ ਜਾਂਦਾ ਹੈ। ਹਉਮੈ ਮਮਤਾ ਸ਼ਬਦ ਜਲਾਏ। ਇਹ ਸ਼ਬਦ ਕਿਵੇਂ ਜਲਾ ਦਿੰਦਾ ਹੈ ਹਉਮੈ ਨੂੰ? ਥਾਟਸ ਤੋਂ ਪਰੇ ਦੇ ਜੀਵਨ ਵਿੱਚ ਲੈ ਜਾਂਦਾ ਹੈ ਸ਼ਬਦ। ਮਨ ਨੂੰ ਇਕਾਗਰ ਕਰ ਦੇਣਾ, ਅਹਰਨ ਮਤ, ਫਿਰ ਉਹਨੂੰ ਪਾਰ ਲੈ ਜਾਣਾ ਸ਼ਬਦ ਦੇ ਰਸਤੇ। ਤਾਂ ਹੀ ਸਾਹਿਬ ਨੇ ਕਿਹਾ ਹੈ, ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵ ਜਲ ਤਰਨਾ। ਇਹ ਜਪਣ ਨਾਲ ਇਸ ਮਨ ਤੋਂ ਉਸ ਮਨ ਵਿੱਚ ਚਲਾ ਜਾਏਗਾ ਇਨਸਾਨ, ਜਿੱਥੇ ਹੁਕਮ ਦੇ ਦਰਸ਼ਨ ਹੋ ਜਾਣਗੇ। ਬਾਰ-ਬਾਰ ਗੁਰੂ ਇੱਕੋ ਸ਼ਬਦ ਨੂੰ ਕਿਉਂ ਪੇਸ਼ ਕਰਦੇ ਹਨ? ਸਿੱਖਾਂ ਨੂੰ ਦੱਸਣਾ ਚਾਹੁੰਦੇ ਹਨ, ਸਾਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਕੋਰ ਹੈ ਜੀਵਨ ਦਾ। ਸਾਨੂੰ ਉਹ ਕੋਡ ਵਰਡ ਦੀ ਤਰ੍ਹਾਂ ਸਮਝ ਨਹੀਂ ਆਉਂਦੇ, ਜਿਵੇਂ ਕੋਈ ਸ਼ਬਦ ਬਾਰ-ਬਾਰ ਸੁਣ ਲਿਆ ਹੋਏ ਪਰ ਉਹਦਾ ਗਿਆਨ ਨਹੀਂ ਹੈ ਕਿ ਉਹ ਸ਼ਬਦ ਹੈ ਕੀ। ਸ਼ਬਦ ਨਿਰੰਕਾਰ ਹੈ। ਸ਼ੂਨਯ ਤੋਂ, ਸੁਨ ਤੋਂ ਮਹਾਰਾਜ ਕਹਿੰਦੇ ਹਨ, ਸੁਨ ਅਵਸਥਾ ਤੋਂ ਆਇਆ ਹੈ। शून्य तो शब्द गलत हो गया शायद, पर सुन तो पवन का वासा सुन निवासा अकल कला तरस होई। सब कुछ तो समझाया है महाराज ने, पर गल मेरे अभ्यास करन दी है, गल मेरे
ਇਸ ਵਿਚਾਰ ਨੂੰ ਪਕੜਨ ਦੀ ਹੈ ਕਿ ਮੈਂ ਇਸ ਮਨ ਦੇ ਪਾਰ ਜਾਣਾ ਹੈ ਔਰ ਜਿੰਦੇ ਜੀ ਜਾਣਾ ਹੈ, ਤਾਂ ਮੈਂ ਜੀਵਨ ਨੂੰ ਜਾਣ ਲਵਾਂਗਾ। ਜੀਵਨ ਸਕਸੈਸਫੁਲ ਹੋ ਜਾਏਗਾ, ਜੀਵਨ ਤੋਂ ਆਜ਼ਾਦ ਹੋ ਜਾਵਾਂਗਾ। ਕੁਝ ਸਮੇਂ ਦਾ ਜੀਵਨ ਹੈ, ਉਹਦੇ ਵਿੱਚ ਇਹੋ ਜਿਹੀ ਕਮਾਈ ਹੋ ਜਾਏਗੀ ਜਿਹਦੇ ਵਿੱਚ ਸਦਾ ਦਾ ਵਿਕਾਸ ਹੈ। ਇਹੀ ਗਿਫਟ ਹੈ ਜੀਵਨ ਵਿੱਚ, ਜਿਸ ਨੂੰ ਸ਼ਾਇਦ ਅਸੀਂ ਅਪਣਾ ਨਹੀਂ ਰਹੇ, ਉਹਦੇ ਡਿਨਾਇਲ 'ਚ ਹਾਂ। ਦੁੱਖ ਤੋਂ ਬੜਾ ਡਰਦੇ ਹਾਂ ਅਸੀਂ। ਦੁੱਖ ਦਰਦ ਨਾਲ ਰਿਲੇਸ਼ਨ ਰੱਖਦਾ ਹੈ, ਮੈਂ ਨੂੰ ਗਹਿਨ ਕਰ ਦਿੰਦਾ ਹੈ। ਮੈਨੂੰ ਦਰਦ ਹੋ ਰਿਹਾ ਹੈ ਤਾਂ ਦਰਦ ਦਾ ਰਿਲੇਸ਼ਨ ਮੈਂ ਨਾਲ ਹੈ। ਜਦੋਂ ਮੈਂ ਗਿਰ ਜਾਏਗੀ ਤਾਂ ਦਰਦ ਨਹੀਂ ਹੈ। ਗੁਰੂ ਨੇ ਕਿਤਨਾ ਸਮਝਾਇਆ ਹੈ ਸਾਨੂੰ। ਗਿਆਨੀਆਂ ਨੇ ਇਸ ਪਹਿਲੀ ਲਾਈਨ ਦੇ ਵਿਚਾਰ ਦੋ ਤਰ੍ਹਾਂ ਨਾਲ ਕੀਤੀ ਹੈ, ਜਾਂ ਕਹੀਏ ਕਿ ਇੱਕੋ ਤਰ੍ਹਾਂ ਨਾਲ ਕੀਤੀ ਹੈ। ਉਹਦੇ ਵਿੱਚ 5 ਸ਼ਬਦ ਦੀ ਗੱਲ 5 ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਨਾਲ ਵਾਪਾਇਆ ਹੈ। ਪਰ ਇੱਕ ਸਿਆਣੇ ਨੇ ਕਿਹਾ ਕਿ ਸ਼ਾਇਦ ਇਹ ਗਲਤ ਹੈ। ਮੈਂ ਉਹਨਾਂ ਨਾਲ ਸਹਿਮਤ ਹਾਂ। 5 ਸ਼ਬਦ 5 ਇੰਸਟਰੂਮੈਂਟਸ ਦੀ ਗੱਲ ਨਹੀਂ ਹੈ, ਹੋ ਹੀ ਨਹੀਂ ਸਕਦੀ। ਸ਼ਬਦ ਸਾਡਾ ਆਧਾਰ ਹੈ, ਉਹ ਇੰਸਟਰੂਮੈਂਟਸ ਨਾਲ ਕੀ ਵਾ ਪਾਉਂਦਾ ਹੈ। ਇਹ ਮੈਂ ਗਿਆਨ ਲਈ ਆਪ ਨਾਲ ਸ਼ੇਅਰ ਕਰਦਾ ਹਾਂ। 5 ਤਰ੍ਹਾਂ ਦੇ ਇੰਸਟਰੂਮੈਂਟਸ ਗਿਣੇ ਹਨ। 1 ਪਰਕਸ਼ਨ, ਜਿਹੜੇ ਸਾਊਂਡ ਬੇਸਡ ਹਨ। ਦੂਸਰਾ ਤਬਲਾ, ਜਿਹੜੇ ਚਮੜੇ ਤੋਂ ਬਣਦੇ ਹਨ। ਤੀਸਰਾ ਮੱਟੀ ਤੋਂ, ਜਿਵੇਂ ਭਾਂਡੇ ਮੱਟੀ ਦੇ ਬਣਦੇ ਹਨ ਉਹਦੇ ਚੋਂ। ਚੌਥਾ ਜਿਹੜੇ ਤਾਰ ਨਾਲ ਰਗੜ ਕੇ, ਔਰ 5ਵਾਂ ਜਿਹੜੇ ਚਿਮਟੇ ਨਾਲ ਵਜਾਏ ਜਾਂਦੇ ਹਨ। ਮੇਰੀ ਇਹ ਸਬਮਿਸ਼ਨ ਹੈ, in agreement with one of those before us, ਜਿਨ੍ਹਾਂ ਨੇ ਕਿਹਾ ਕਿ ਇਹ ਸ਼ਬਦ ਦੀ ਗੱਲ ਚੱਲ ਰਹੀ ਹੈ, ਪੰਚ ਦੀ। ਮੁਖੀ ਸ਼ਬਦ ਜੀਵਨ ਦੇ ਜਿਹੜੇ ਅਧਿਆਤਮ ਦੇ ਨਾਲ ਰਿਲੇਸ਼ਨ ਰੱਖਦੇ ਹਨ। ਸ਼ਬਦ, ਵਾਜੇ, ਪੰਚ ਸ਼ਬਦ। ਮੇਰੇ ਮਨ ਦੇ ਵਿੱਚ ਉਸ ਸ਼ਬਦ ਦਾ ਗਿਆਨ ਉਤਰ ਆਇਆ ਹੈ। ਕਿਵੇਂ ਉਤਰੇਗਾ? ਮੈਂ ਪਹਿਲੇ ਬੋਲਾਂਗਾ ਔਰ ਗਾਵਾਂਗਾ, ਜਾਂ ਬੋਲਾਂਗਾ ਔਰ ਸੁਣਾਂਗਾ। ਗਾਵੀਏ, ਸੁਣੀਏ, ਤਾਂ ਮੈਂ ਮਨ ਨੂੰ ਸ਼ਬਦ ਨਾਲ ਇਨਵੋਲਵ ਕਰ ਦਿਆਂਗਾ। ਇਹ ਬਿਗਨਿੰਗ ਹੈ ਗੁਰੂ ਨੂੰ ਜਾਣਨ ਦਾ, ਗੁਰੂ ਦੇ ਨਾਲ ਸਾਂਝ ਪਾਉਣ ਦਾ। ਔਰ ਧੀਰੇ ਧੀਰੇ ਇਹ ਨਾਮ ਦੇ ਰੂਪ ਵਿੱਚ ਮੇਰੇ ਮਨ ਵਿੱਚ ਪ੍ਰਗਟ ਹੋ ਜਾਏਗਾ। ਮੈਂ ਹੁਣ ਜਦੋਂ ਬੈਠਣਾ ਸ਼ੁਰੂ ਕਰਦਾ ਹਾਂ ਤਾਂ ਹੀ ਵਿਕਾਸ ਵਿੱਚ ਆ ਜਾਵਾਂਗਾ। ਹੁਣ ਮੈਂ ਜਦੋਂ ਸੋਚਦਾ ਹਾਂ ਉਹਦੇ ਬਾਰੇ ਤਾਂ ਹੀ ਵਿਕਾਸ ਵਿੱਚ ਆ ਜਾਂਦਾ ਹਾਂ। ਫਿਰ ਉਹ ਬੈਠਣ ਦੀ ਵੀ ਲੋੜ ਨਹੀਂ ਹੈ। ਸ਼ਾਇਦ ਟੁਰਦੇ ਫਿਰਦੇ ਭਗਤੀ ਹੋ ਜਾਏਗੀ। ਸ਼ਬਦ ਦੇ ਐਕਸਪੀਰੀਅੰਸ ਨੂੰ ਗੁਰੂ ਅਰਜਨ ਸਾਹਿਬ ਨੇ ਕਿਤਨੀ ਪਿਆਰ ਨਾਲ ਇੱਕ ਆਜ਼ਾਦੀ ਦੇ ਦਰਸ਼ਨ ਦੀ ਤਰ੍ਹਾਂ ਸਾਨੂੰ ਪੇਸ਼ ਕੀਤਾ ਹੈ। ਸੋਵਤ ਜਾਗਤ, ਉਠਤ ਬੈਠਤ, ਸਭ ਫਿਜ਼ੀਕਲ ਸਟੇਟ ਤੋਂ ਆਜ਼ਾਦ ਕਰ ਦਿੱਤਾ ਹੈ। ਜਾਗਦੇ ਵੀ, ਸੁੱਤੇ ਵੀ, ਬੈਠਦੇ ਵੀ, ਔਰ ਫਿਰ ਪਹਿਰ ਤੋਂ ਵੀ ਆਜ਼ਾਦ ਕਰ ਦਿੱਤਾ ਹੈ। 8 ਪਹਿਰ। ਦਰਅਸਲ ਮਨ ਦੇ ਜਿਹੜੀ ਵਿਚਾਰਵਾਨ ਐਕਸਪੀਰੀਅੰਸ ਹੈ, ਉਹ ਇੱਕ ਜੀਵਨ ਦਾ ਤੱਟ ਹੈ। 1 ਬੈਂਕ ਆਫ ਦ ਰਿਵਰ ਇਜ਼ ਦ ਮੂਵਿੰਗ ਮਾਈਂਡ। ਇਹ ਮਨ ਚਲਤੇ ਹੋ। ਔਰ ਜਦੋਂ ਮੈਂ ਇਸ ਮਨ ਨੂੰ ਖੜਾ ਕਰ ਦਿੰਦਾ ਹਾਂ, ਜਿਹੜਾ ਗੁਰੂ ਸਾਨੂੰ ਸਮਝਾਉਂਦੇ ਹਨ ਕਿ ਚਲਤੇ ਹੋ ਮਨ ਨੂੰ ਖੜਾ ਕਰ ਲੈ, ਤਾਂ ਦਰਸ਼ਨ ਹੋ ਜਾਣਗੇ। ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਇਸ ਪੰਕਤੀ ਨੂੰ ਪ੍ਰਗਟ ਕੀਤਾ ਹੈ। ਜਦੋਂ ਚਲਦਾ ਮਨ ਖੜਾ ਹੋ ਜਾਏਗਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਤਾਂ ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਹੁਣ ਤੱਤ ਹੈ ਜੀਵਨ ਦਾ, ਰੂਟ ਹੈ ਲਾਈਫ ਦਾ। ਜਿਹੜੇ ਕਾਰਜ ਨੂੰ ਮੈਂ ਬਾਹਰ ਸੁਲਟਾਉਣਾ ਚਾਹੁੰਦਾ ਹਾਂ, ਸੋਲਵ ਕਰਨਾ ਚਾਹੁੰਦਾ ਹਾਂ, ਗੁਰੂ ਕਹਿੰਦਾ ਮਨ ਨੂੰ ਖੜਾ ਕਰਕੇ ਸ਼ਬਦ ਨਾਲ ਜੋੜਨ ਨਾਲ ਸਾਰੇ ਕਾਜ, ਸਾਰੇ ਹੀ ਕਾਜ, ਜੀਵਨ ਦਾ ਸਾਰਾ ਕੌਜ਼, ਕਾਰਨ ਪੂਰਾ ਹੋ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਸਤਿਗੁਰ ਤੁਮਰੇ ਕਾਜ ਸਵਾਰੇ। ਕੋਈ ਇੱਕ ਕਾਰਜ ਨਹੀਂ ਹੈ,
ਜਿਸ ਤਰ੍ਹਾਂ ਮੈਂ ਪੂਰਾ ਹੋ ਗਿਆ ਹਾਂ। ਹੁਣ ਮੈਂ ਆਜ਼ਾਦ ਹੋ ਗਿਆ ਕੰਡੀਸ਼ਨਸ ਤੋਂ। ਇਹ ਸ਼ਬਦ ਦਾ ਗਿਫਟ ਹੈ ਜੀਵਨ ਨੂੰ। ਅਸੀਂ ਸਮਝ ਨਹੀਂ ਰਹੇ ਹਾਂ, ਅਸੀਂ ਜਾਣ ਨਹੀਂ ਰਹੇ ਹਾਂ ਕਿ ਜਿਹੜਾ ਇਹ ਕੁਝ ਸਮੇਂ ਦਾ ਸਵਾਸ ਹੈ, ਅਗਰ ਇਸ ਨੂੰ ਸ਼ਬਦ ਦੇ ਅਭਿਆਸ ਵਿੱਚ ਗੂੜੀ ਤਰ੍ਹਾਂ ਉਤਾਰਿਆ ਜਾਏ ਤਾਂ ਇੱਕ ਇਹੋ ਜਿਹੇ ਜੀਵਨ ਨੂੰ ਪਾ ਲਵਾਂਗੇ ਜਿੱਥੇ ਕਾਲ ਕੰਟਕ ਮਾਰਿਆ, ਜਿੱਥੇ ਸਮਾਂ ਸਾਨੂੰ ਰੋਕ ਨਹੀਂ ਸਕੇਗਾ, ਕੰਟਰੋਲ ਨਹੀਂ ਕਰ ਸਕੇਗਾ, ਸਮਾਂ ਬੰਨ ਨਹੀਂ ਸਕੇਗਾ ਸਾਨੂੰ, ਔਰ ਅਸੀਂ ਕੰਡੀਸ਼ਨਸ ਤੋਂ ਆਜ਼ਾਦ ਹੋ ਜਾਵਾਂਗੇ ਔਰ ਇਸ ਦੇ ਵਿੱਚ ਕੋਈ ਇੰਟਰਵੀਨ ਵੀ ਨਹੀਂ ਕਰ ਸਕੇ। ਇੱਕ ਗੱਲ ਮੈਂ ਕਈ ਵਾਰ ਪਹਿਲੇ ਵੀ ਵਿਚਾਰੀ, ਜਿਹੜੀ ਚੀਜ਼ ਮੇਰੇ ਤੋਂ ਕੋਈ ਵੀ ਲੈ ਸਕਦਾ ਹੈ ਉਹ ਫਿਰ ਮੇਰੇ ਕੋਲ ਹੈ ਨਹੀਂ। ਦਰਅਸਲ ਮੇਰੇ ਕੋਲ ਤਾਂ ਸਿਰਫ ਉਹੀ ਵਸਤੂ ਹੋ ਸਕਦੀ ਹੈ ਜਿਹੜੀ ਸਦਾ ਲਈ ਮੇਰੇ ਨਾਲ ਹੈ। ਅਗਰ ਕੁਝ ਸਮੇਂ ਵਿੱਚ, ਕੁਝ ਸਥਾਨ ਵਿੱਚ ਜਾਂ ਕੁਝ ਕਾਰਨ ਵਿੱਚ ਉਹ ਵਸਤੂ ਮੇਰੇ ਤੋਂ ਲੈ ਲਈ ਜਾ ਸਕਦੀ ਹੈ ਤਾਂ ਉਹ ਵਸਤੂ ਮੇਰੇ ਕੋਲ ਹੈ ਹੀ ਨਹੀਂ। ਸਮੇਂ ਦੀ ਹੀ ਗੱਲ ਹੈ ਬਸ, ਉਹ ਲੈ ਲਈ ਜਾਏਗੀ। ਇਹ ਅਸ਼ੋਰੈਂਸ ਹੈ, ਗਾਰੰਟੀ ਹੈ। ਜੀਵਨ ਨੇ ਜੋ ਕੁਝ ਵੀ ਦਿੱਤਾ ਹੈ, ਜਿਸ ਨੂੰ ਮੈਂ ਜਾਣਦਾ ਹਾਂ, ਉਹ ਸਭ ਕੁਝ ਲੈ ਲਿਆ ਜਾਏਗਾ। ਜੋ ਦਿਸੇ ਸੋ ਕਾਲੇ ਖਰਨਾ, ਜੋ ਕੁਝ ਦਿਖਦਾ ਹੈ ਸਭ ਕੁਝ ਕਾਲ ਲੈ ਲਿਆ ਜਾਏਗਾ। ਇਹ ਸਮਝ ਨਹੀਂ ਆ ਰਹੀ ਹੈ। जिस दिन यह समझ आ जाएगी मेरा जीवन बदल जाएगा। मैं उतना एफर्ट फिर जीवन में शायद ना करा, शायद या शायद करना भी पवे, पर फिर भी मैं अंतर्मुखी जीवन वाल मुँह करना शुरू कर देंगा। एक तैयारी विच शुरू हो जावांगा। हौमे शब्द जलाए, हौमे ममता शब्द जलाए। कितने दिनों का यह जीवन है मैनू नहीं पता है, कितने सवास हैं यह भी नहीं पता है, पर गुरु ने एक बाह पकड़ी है अपने सिख दी, और वो समय और स्थान तो परे रिलेशनशिप है। अगर कोई रिलेशनशिप जीवन विच है जो काल तो भी परे हो सकता है, अगर वो गहन रूप विच सांझ बनी होए, वो गुरु और सिख का रिलेशनशिप है, और उहदे सहारे सिख सदा दे विकास विच उतर सकता है। पर गुरु नूं गुरु मनना पएगा। गुरु फोटो नहीं है, गुरु विचार दे रूप विच मन विच उतर सकता है और आनंद दे रूप विच प्रगट हो सकता है। एक द्वार खुलना है, गुरु कहता है, उस तो बाद दर्शन भी हो जाएंगे। बाहर भीतर एक हो जाने, यह गुरु ज्ञान बताई। देखो इनू महाराज, जो बाहर है और जो अंदर है यह इको ही है। इनू देखना जरूरी है। किमें हो सकता है यह बाहर और अंदर इको ही है? ਇਹਦਾ मतलब कुछ होर डायमेंशन है जीवन की जिस तो मैं वांझा हाँ। आई एम अनेबल टू गो इन टू दैट डायमेंशन, टू एक्सपीरियंस इट। गुरु कहता है कि अपने आप नूं जाने बिना इस नूं नहीं जानिया जा सकता। कहे नानक बिन आपा चीने मिटे ना भ्रम की काई। यह अपने मन नूं जानना है पूरी तरह। किवें जानना है? खोजो, कह रहा है गुरु। खोज लो, बंदे खोज दिल हर रोज। ਇਹਦੇ मन विच उतरो, अपनी थॉट्स तो परे दा एक मन जान लवो। टुक दम करारी जो करे हाजिर हजूर खुदाए। ਇਹ टुक दम की है? मन नूं खड़ा कर लिया विचार तो बिना। की होया? हाजिर हजूर खुदाए। वो डायमेंशन खुल गई जिसनों गुरु कह रहा है बाहर भीतर एक हो जाने। गुरु बार बार प्रेर रहा है कि खोज लो, घट ही खोजो पाई। यह अंदर खोजना पेगा, बाहर नहीं है। असी सब चीज़ों विच इंटरस्ट लेंदे हाँ, लेना भी चाहिए है, जीवन है। पर इस जीवन के सोर्स बारे की है? मैं किसी नदी तो पानी पी रहा हाँ, उस नदी के पानी का स्वाद लै रहा हाँ, पर वो पानी आ कित्थों रहा है, उहदे बारे की? यह जीवन का सोर्स की है?
ਉਹ ਕੌਣ ਹੈ ਜਿੱਥੋਂ ਇਹ ਸਭ ਕੁਝ ਬਹਿ ਰਿਹਾ ਹੈ? ਉਹਦਾ ਗਿਆਨ, ਗੁਰੂ ਕਹਿ ਰਿਹਾ ਉਹਦਾ ਗਿਆਨ ਲਾਜ਼ਮੀ ਹੈ, ਹੋ ਜਾਏਗਾ, ਸ਼ਬਦ ਦੇ ਰਾਹੀਂ ਹੋ ਜਾਏਗਾ। ਔਰ ਜਦੋਂ ਇਹ ਡਾਇਮੈਂਸ਼ਨ ਖੁੱਲੇਗੀ ਤਾਂ ਮਹਾਰਾਜ ਕਹਿੰਦੇ ਹਨ, ਵਾਜੇ ਪੰਜ ਸ਼ਬਦ ਤਿਤ ਘਰ ਸਵਾਗੇ। ਇੱਕ ਤਾਂ ਘਰ ਦੇ ਦਰਸ਼ਨ ਹੋ ਜਾਣਗੇ। ਇਹ ਘਰ ਨਹੀਂ ਜਿੱਥੇ ਮੈਂ ਰਹਿੰਦਾ ਹਾਂ, ਇੱਟਾਂ ਦਾ, ਸੀਮਿੰਟ ਦਾ, ਲੋਹੇ ਦਾ, ਇਹ ਤਾਂ ਸਰਾਂ ਹੈ। ਛੋਟੀ ਹੋ ਸਕਦੀ ਹੈ, ਵੱਡੀ ਹੋ ਸਕਦੀ ਹੈ। ਇੱਥੇ ਸੁੱਖ ਹੋ ਸਕਦਾ ਹੈ, ਕਲੇਸ਼ ਵੀ ਹੋ ਸਕਦਾ ਹੈ। ਇੱਥੇ ਕਨਫਿਊਜ਼ਨ ਹੋ ਸਕਦੀ ਹੈ, ਬਿਪਤਾ ਹੋ ਸਕਦੀ ਹੈ, ਸ਼ਾਂਤੀ ਵੀ ਹੋ ਸਕਦੀ ਹੈ। ਪਰ ਇਹੋ ਜਿਹਾ ਮਨ ਮੇਰੇ ਘਰ ਦੇ ਵਿੱਚ ਹੈ, ਮੇਰੇ ਅੰਦਰ ਮਨ ਵਿੱਚ ਹੈ, ਜਿਹੜਾ ਗੁਰੂ ਸਮਝਾਉਂਦੇ ਹਨ ਕਿ ਬਾਹਰ ਤੋਂ ਇਨਸੂਲੇਟਡ ਹੈ। ਮੇਰੇ ਬਾਹਰ ਦੇ ਜੀਵਨ ਵਿੱਚ ਅੱਗ ਲੱਗੀ ਹੋਈ, ਕਲੇਸ਼ ਦੇ ਵਿੱਚ ਮੈਂ ਫਸਿਆ ਹੋਇਆ ਹਾਂ, ਪਰ ਮਨ ਦੇ ਸਕੂਨ ਦੇ ਦਰਸ਼ਨ ਫਿਰ ਵੀ ਸ਼ਾਂਤ ਕਰ ਦੇਣਗੇ। ਉਹ ਘਰ ਹੈ ਮੇਰਾ, ਜਿੱਥੇ ਕੁਝ ਵੀ ਬਦਲਦਾ ਨਹੀਂ ਹੈ। ਉੱਥੇ ਕੀ ਹੁੰਦਾ ਹੈ? ਘਰ। ਉੱਥੇ ਆਨੰਦ ਦੀ ਬਰਖਾ ਹੋ ਰਹੀ ਹੈ ਸ਼ਬਦ ਦੇ ਕਾਰਨ। ਉੱਥੇ ਪੰਜ ਸ਼ਬਦ ਦੇ ਦਰਸ਼ਨ ਹੋ ਰਹੇ ਹਨ। ਉੱਥੇ ਮਨ ਦਾ ਖੇੜਾ ਹੈ, ਵਾਜੇ ਵੱਜ ਰਹੇ ਹਨ ਆਨੰਦ ਦੇ। ਐਂਡ these are conditionless. Nobody stops it from me. Nobody can take it away. ਇਹ ਗੱਲ ਸਮਝਣ ਵਾਲੀ ਹੈ। ਇਹੀ ਆਜ਼ਾਦੀ ਹੈ ਜੀਵਨ ਦੀ। ਗੁਰੂ ਨੇ ਇਸ ਨੂੰ ਆਨੰਦਪੁਰ ਕਿਹਾ ਹੈ, ਗੁਰੂ ਨਾਨਕ ਸਾਹਿਬ ਨੇ ਸੱਚਖੰਡ ਕਿਹਾ ਹੈ, ਭਗਤ ਕਬੀਰ ਨੇ ਬੈਕੁੰਠ ਕਿਹਾ ਹੈ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋ। ਗੁਰੂ ਵੀ ਉਹੀ ਗੱਲ ਸਾਨੂੰ ਸਮਝਾਉਂਦੇ ਹਨ ਕਿ ਘਰ ਦੇ ਵਿੱਚ ਇੱਕ ਆਨੰਦ ਵਰਖਾ ਹੋ ਰਹੀ ਹੈ, ਉਸ ਨੂੰ ਖੋਲ ਲਓ। ਇਹ ਸਿੱਖ ਦਾ ਕੋਰ ਫੋਕਸ ਹੈ। ਔਰ ਉਸ ਨੂੰ ਖੋਲਣ ਦੇ ਬਾਅਦ ਸਿੱਖ ਕੈਰੈਕਟਰ ਜੰਮਦਾ ਹੈ, ਫਿਰ ਬਣਦਾ ਹੈ, ਮਨ ਦੇ ਅੰਦਰੋਂ ਬਣਦਾ ਹੈ, ਬਾਹਰੋਂ ਇੰਪੋਜ਼ ਹੋ ਕੇ ਨਹੀਂ ਬਣਦਾ। ਸਿਰਫ ਬਾਹਰੋਂ ਪ੍ਰੈਸ਼ਰ ਨਾਲ ਕ੍ਰੀਏਟ ਕਰਕੇ ਅਗਰ ਮੈਂ ਚਾਹਾਂਗਾ ਕਿ ਮੈਂ ਸਿੱਖ ਕੈਰੈਕਟਰ ਨੂੰ ਬਣਾ ਲਵਾਂ, ਉਹ ਪੋਸੀਬਲ ਨਹੀਂ ਹੈ। ਨਾਮ ਆਧਾਰ ਹੈ ਜੀਵਨ ਦਾ। ਉਸ ਸੋਰਸ ਨਾਲ ਕਨੈਕਟ ਕਰਕੇ ਮੇਰਾ ਮਨ ਬਦਲੀ ਹੋ ਜਾਏਗਾ, ਮਨ ਦੇ ਰੋਗ ਖਤਮ ਹੋ ਜਾਣਗੇ, ਮਨ ਚੋਂ ਦੁੱਖ ਨਿਕਲ ਜਾਏਗਾ, ਸਦਾ ਦਾ ਸੁੱਖ ਜਿਹੜਾ ਹੈ ਉਹਨੂੰ ਜਾਣ ਲਵਾਂਗਾ। ਗੁਰੂ ਨੇ ਸਾਨੂੰ ਇੱਕ ਬਾਰ-ਬਾਰ ਆਦੇਸ਼ ਕੀਤਾ ਹੈ ਨਾਮ ਬਾਰੇ, ਜਿਸ ਚੋਂ ਅਸੀਂ ਸਮਝ ਨਹੀਂ ਪਾ ਰਹੇ ਹਾਂ। ਨਾਮ ਕੇ ਤਾਰੇ ਸਗਲੇ ਜੰਤ, ਨਾਮ के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, मनन सुनन ज्ञान ध्यान, नाम के तारे आगास पाताल, नाम के तारे सगल आकार, नाम के तारे पूरियां सब पवन, पूरियां सब पवन। सारा जीवन ही नाम के आधार ते है। मैं नाम तो टुट के जीवन ਨੂੰ ਕਿਵੇਂ ਜਾਣ ਸਕਦਾ ਹਾਂ? ਗੁਰੂ ਫਿਰ ਕਹਿੰਦਾ ਹੈ ਕਿ ਜੇ ਇਹ ਨਾਮ ਸੋਰਸ ਤੋਂ ਹੈ ਤੇ ਇਸ ਸੋਰਸ ਨੂੰ ਜਾਣ ਕੇ ਮੈਂ ਆਪਣੇ ਆਪ ਨੂੰ ਕੰਪਲੀਟਲੀ ਚੇਂਜ ਕਰ ਸਕਦਾ ਹਾਂ। ਸਿੱਖ ਕੈਰੈਕਟਰ ਉੱਥੋਂ ਖੜਾ ਹੁੰਦਾ ਹੈ। ਜਾਂ ਜੋ ਗੁਰੂ ਬਾਣੀ ਵਿੱਚ ਹੋਰ ਤਰ੍ਹਾਂ ਵੀ ਇਸ਼ਾਰਾ ਕਰਦੇ ਹਨ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਦੇਵਤੇ ਬਣ ਗਏ ਗੁਰੂ ਕਹਿੰਦੇ ਹਨ। ਆਸਾ ਦੀ ਵਾਰ ਵਿੱਚ ਵੀ ਸਾਹਿਬ ਦੱਸਦੇ ਹਨ ਕਿ ਦੇਵਤਾ ਬਣ ਗਿਆ। ਦੇਵਤਾ ਕੌਣ ਹੈ? ਜੋ ਆਜ਼ਾਦ ਹੈ, ਜਿਸ ਨੂੰ ਫਰੀडम ਹੈ, ਜੋ ਬਾਉਂਡ ਨਹੀਂ ਹੈ, ਜੋ ਰੀਅਲ ਵੈਲਥ ਦਾ ਹੁਣ ਮਾਲਕ ਹੈ, ਕਿਉਂਕਿ ਉਹ ਵੈਲਥ ਉਸ ਤੋਂ ਲਈ ਨਹੀਂ ਜਾ ਸਕਦੀ। ਜਿਹੜੀ ਵੈਲਥ ਮੇਰੇ ਤੋਂ ਲਈ ਜਾ ਸਕਦੀ ਹੈ ਉਹ ਮੇਰੀ ਵੈਲਥ ਨਹੀਂ ਹੈ, ਉਹ ਤਾਂ ਰਸਤੇ ਦਾ ਖਰਚਾ ਪਾਣੀ ਹੈ। ਰਸਤਾ ਵੀ ਮੁੱਕ ਜਾਏਗਾ, ਖਰਚਾ ਪਾਣੀ ਦੀ ਵੀ ਲੋੜ ਨਹੀਂ ਹੈ। ਫਿਰ ਇਸੇ ਗੱਲ ਨੂੰ ਸਾਨੂੰ ਸਮਝਣਾ ਹੈ ਕਿ ਇਸ ਨਾਮ ਨੂੰ ਜਾਣੇ ਬਿਨਾ ਮੈਂ ਜੀਵਨ ਨੂੰ ਨਹੀਂ ਜਾਣ ਸਕਦਾ। ਸੱਚਾ ਨਾਮ ਮੇਰਾ ਆਧਾਰ ਹੋ, ਮੇਰਾ ਆਧਾਰ ਸੱਚਾ ਨਾਮ ਹੈ। ਔਰ ਉਸ ਦੇ ਦਰਸ਼ਨਾਂ ਨਾਲ ਮੈਨੂੰ ਇੱਕ ਜੀਵਨ ਦਾ ਪਹਿਲੂ ਦਰਸ਼ਨ ਹੋਏਗਾ।
ਜਿਹਦੇ 'ਚੋਂ ਘਰ ਦੇ ਦਰਸ਼ਨ ਖੁੱਲ੍ਹਣਗੇ, ਉਸ ਦੇਸ਼ ਦੇ ਜਿਹੜਾ ਸਦਾ ਲਈ ਹੈ, ਉਸ ਦੇਸ਼ ਦੇ ਜਿਹੜਾ ਵਿਕਾਸ ਨਾਲ ਭਰਿਆ ਹੈ, ਦੇ ਲੰਬੀ ਨਜ਼ਰ ਨਿਹਾਲੀ ਹੈ। ਲੰਬੀ ਨਜ਼ਰ ਕਰਨ ਦੀ ਲੋੜ ਹੈ ਜੀਵਨ ਬਾਰੇ। ਜੀਵਨ ਦਰਅਸਲ ਕੀ ਹੈ ਸਾਨੂੰ ਸਮਝ ਨਹੀਂ ਆ ਰਹੀ ਹੈ। ਸਾਨੂੰ ਉਹਦੇ ਵਿੱਚ ਹੀ ਸਮਾਂ ਨਿਕਾਲਣਾ ਹੈ, ਜ਼ਿਆਦਾ ਫੋਕਸ ਉੱਥੇ ਰੱਖਣਾ ਹੈ। ਹੁਣ ਇਹਦੇ ਤੋਂ ਕੀ ਮਤਲਬ ਹੈ? ਮੈਂ ਆਪਣੇ ਕਾਰਜ ਕਰਦਾ ਹਾਂ, ਪਰ ਮੈਂ ਚਿੰਤਿਤ ਹਾਂ ਉਸ ਕਾਰਜ ਬਾਰੇ ਜਿਹੜਾ ਮੇਰੇ ਸੋਰਸ ਦੇ ਵਿੱਚ, ਮੇਰੇ ਆਧਾਰ ਦੇ ਵਿੱਚ ਛਿਪਿਆ ਹੈ। ਤਾਂ ਇੱਥੇ ਹੁਣ ਗੱਲ ਸ਼ੁਰੂ ਹੋ ਗਈ ਹੈ। ਮਨ ਦਾ ਇੱਕ ਪਹਿਲੂ, ਮਨ ਦੀ ਇੱਕ ਐਨਰਜੀ ਉਸ ਨੂੰ ਕਮਿਟ ਹੋ ਗਈ ਹੈ, ਜਿਹੜਾ ਮੇਰੇ ਫਿਊਚਰ ਅਧਿਆਤਮ, ਮੇਰੀ ਭਗਤੀ ਦੇ ਵਿੱਚ ਮੇਰਾ ਰਾਹ ਖੋਲ੍ਹੇਗਾ। ਕਰ ਮੈਂ ਉਹੀ ਕੁਝ ਰਿਹਾ ਹਾਂ ਜੋ ਪਹਿਲੇ ਕਰਦਾ ਸੀ, ਜਾਂ ਫਿਰ ਸ਼ਾਇਦ ਹੌਲੇ ਹੌਲੇ ਬਦਲਣਾ ਵੀ ਸ਼ੁਰੂ ਹੋ ਗਿਆ ਹਾਂ। ਹੁਣ ਇੰਨੀ ਭੁੱਖ ਨਹੀਂ ਰਹੀ ਹੈ। ਹੁਣ ਸੋਚਣੀ ਬਦਲ ਗਈ ਹੈ, ਦੇਖਣੀ ਵੀ ਬਦਲ ਗਈ ਹੈ। ਪਰ ਸਨੇ ਨਾਮ ਨਾਲ ਵਾਹ ਪਾਣਾ ਹੈ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਇੱਕ ਜੀਵਨ ਵਿੱਚ ਕਲਾ ਹੈ, ਇੱਕ ਸ਼ਕਤੀ ਹੈ। ਇਸ ਘਰ ਦੇ ਅੰਦਰ ਇੱਕ ਕਲਾ ਵਰਤ ਰਹੀ ਹੈ, ਇੱਕ ਕਰਾਮਾਤ ਹੈ। ਕਲਾ ਦਾ ਮੀਨਿੰਗ ਡਾਇਰੈਕਟ ਤਾਂ ਸ਼ਕਤੀ ਹੈ, ਬਟ ਇਹਦੇ ਵਿੱਚ ਇੱਕ ਮਿਰਕਲ ਚੱਲ ਰਿਹਾ ਹੈ। ਘਰ ਸੁਭਾਗੇ, ਬਲੈਸਡ ਘਰ ਜਿਹੜਾ ਸੁਭਾਗਾ ਹੈ, ਅੱਛੇ ਭਾਗਾਂ ਵਾਲਾ ਘਰ ਹੈ ਮੇਰਾ ਉਹ। ਉੱਥੇ ਸਦਾ ਵਿਕਾਸ ਹੈ, ਉੱਥੇ ਸ਼ਬਦ ਵੱਜਦਾ ਹੈ। ਇਸ ਸ਼ਬਦ ਨੂੰ ਮੈਂ ਬਾਹਰੋਂ ਵਜਾਣਾ ਹੈ ਪਹਿਲੇ, ਤਾਂ ਕਿ ਵਿਚਾਰ ਮੇਰੇ ਇਹਦੇ ਨਾਲ ਲਿੰਕ ਹੋ ਜਾਣ। ਫਿਰ ਮੇਰੀ ਵਿਚਾਰ ਨੂੰ ਰਿਪਲੇਸ ਕਰ ਦੇਗਾ ਸ਼ਬਦ, ਤਾਂ ਮਨ ਬਦਲੀ ਹੋਣਾ ਸ਼ੁਰੂ ਹੋ ਜਾਏਗਾ। ਹੁਣ ਮਨ ਘੜਨਾ ਸ਼ੁਰੂ ਹੋ ਜਾਏਗਾ। ਘੜੀਏ ਸ਼ਬਦ ਸੱਚੀ ਟਕਸਾਲ, ਇੱਕ ਨਜ਼ਰ ਚੱਲ ਪਏਗੀ ਮਨ ਦੇ ਵਿੱਚ। ਹੁਣ ਹਉਮੈ ਗਿਰਨਾ ਸ਼ੁਰੂ ਹੋ ਜਾਏਗੀ। ਹਉਮੈ ਨੂੰ ਸ਼ਬਦ ਜਲਾਉਂਦਾ ਹੈ, ਇਸੇ ਤਰ੍ਹਾਂ ਜਲਾਉਂਦਾ ਹੈ। ਇਹ ਵਿਚਾਰ ਵਿੱਚ ਹੀ ਹਉਮੈ ਹੈ। ਇਹ ਵਿਚਾਰ ਮੈਨੂੰ ਕੰਟਰੋਲ ਕਰ ਰਹੇ ਹਨ। ਪਰ ਜਿਸ ਦਿਨ ਇਹਨਾਂ ਨੂੰ ਮੈਂ ਘੜਨਾ ਸ਼ੁਰੂ ਕਰ ਦਿਆਂਗਾ, ਤਾਂ ਵਿਚਾਰਾਂ ਨੂੰ ਮੈਂ ਕੰਟਰੋਲ ਕਰਾਂਗਾ, ਮਾਲਕ ਬਣ ਜਾਵਾਂਗਾ। ਫਿਰ ਘੜੀਏ ਸ਼ਬਦ ਸੱਚੀ ਟਕਸਾਲ, ਕਲਾ ਜਿਤ ਕਰ ਧਾਰੀਆ। ਜੀਵਨ ਦੇ ਵਿੱਚ ਫਿਰ ਕਲਾ ਇੱਕ ਵਰਤਰੀ ਹੈ, ਉਸ ਨੂੰ ਜਾਣ ਲਿਆ ਹੈ, ਔਰ ਉਹਦੇ ਵਰਤਨ ਨਾਲ ਇੱਕ ਮੇਜਰ ਚੇਂਜ ਆਉਂਦਾ ਹੈ, ਸਟਰਕਚਰਲ ਚੇਂਜ ਮਨ ਦੇ ਵਿੱਚ ਆਉਂਦਾ ਹੈ। ਗੁਰੂ ਕਹਿੰਦਾ ਹੈ ਪੰਚ ਦੂਤ ਤੁਧ ਵਸ ਕੀਤੇ। ਜਿਨ੍ਹਾਂ ਨੂੰ, ਜਿਹੜੇ ਮੈਨੂੰ ਕੰਟਰੋਲ ਕਰਦੇ ਸਨ, ਜਿਹੜੀ ਫੀਲਿੰਗਸ ਮੈਨੂੰ ਕਾਬੂ ਕਰਕੇ ਰੱਖਦੀਆਂ ਸਨ, ਜਿਹੜਾ ਮੈਨੂੰ ਲੱਗਦਾ ਸੀ ਕਿ ਇਹਨਾਂ ਤੋਂ ਬਿਨਾਂ ਤੇ ਮੈਂ ਇਹਨਾਂ ਦੇ ਤੇ ਕਾਬੂ ਵਿੱਚ ਹਾਂ, ਇਹਨਾਂ ਦੇ ਇਸ਼ਾਰੇ ਤੇ ਮੈਂ ਨੱਚਦਾ ਹਾਂ। ਕੋਈ ਵੀ ਥਾਟਸ ਹੋਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਠ ਵੀ ਪਾਇਆ ਹੈ ਵਿੱਚ। ਇਹ ਮੈਨੂੰ ਪਕੜੇ ਹੋਏ ਹਨ, ਕਿਉਂਕਿ ਮੈਂ ਸਲੇਵ ਹਾਂ ਟੂ ਮਾਈ ਥਾਟਸ। ਮੈਂ ਆਪਣੇ ਥਾਟਸ ਤੋਂ ਆਜ਼ਾਦ ਨਹੀਂ ਹੋ ਪਾਉਂਦਾ। ਦੋ ਚੀਜ਼ਾਂ ਦਾ ਐਗਜ਼ਾਮਪਲ ਇਸ ਮਨ ਨੂੰ ਸਮਝਣ ਵਾਸਤੇ ਬਹੁਤ ਰੈਲੇਵੈਂਟ ਹੁੰਦਾ ਹੈ। ਇੱਕ, ਸਾਈਕਲਿੰਗ ਕਰਦੇ ਸੀ ਅਸੀਂ ਬਚਪਨ ਵਿੱਚ। ਸਾਈਕਲ ਚਲਾਉਂਦੇ ਹੋਏ ਸਾਈਕਲ ਚੱਲਦੀ ਹੈ, ਪੈਡਲਿੰਗ ਛੱਡ ਦਿਓ ਸਾਈਕਲ ਗਿਰ ਜਾਂਦੀ ਹੈ। ਇਹ ਜਿਹੜੀ ਵਿਚਾਰ ਚੱਲ ਰਹੇ ਹਨ, ਇਹਨਾਂ ਦਾ ਸੋਰਸ ਮੈਂ ਹੀ ਕ੍ਰੀਏਟ ਕੀਤਾ ਹੈ। ਇਹ ਹਉਮੈ ਤੋਂ ਆ ਰਹੇ ਹਨ। ਜਦ ਮੈਂ ਇਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹਾਂ, ਤਾਂ ਇੱਕ ਗਿਆਨ ਮਨ ਵਿੱਚ ਉਤਰਦਾ ਹੈ ਕਿ ਮੈਂ ਇਹ ਥਾਟਸ ਨਹੀਂ ਹਾਂ। ਇਹ ਥਾਟਸ ਤੇ ਆ ਰਹੀਆਂ ਹਨ ਔਰ ਜਾ ਰਹੀਆਂ ਹਨ, ਮੈਂ ਇਹਨਾਂ ਤੋਂ ਕੰਟਰੋਲਡ ਨਹੀਂ ਹਾਂ। ਤਾਂ ਇੱਕ ਸਟਰਕਚਰਲ ਚੇਂਜ ਹੋ ਜਾਂਦਾ ਹੈ ਮਨ ਵਿੱਚ। I stop being a slave to my thoughts. ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਗੁਰੂ ਕਹਿੰਦਾ ਹੈ ਜਾਗ, ਕਿਉਂ ਸੁੱਤਾ ਹੈ ਤੂੰ? These thoughts are not you. ਇਹ ਸਰੀਰ ਵੀ ਨਹੀਂ ਹੈ। ਮੈਂ ਕੀ ਹਾਂ, ਇਹਨੂੰ ਹੀ ਜਾਣਨ ਵਾਸਤੇ ਖੋਜਣਾ ਪਏਗਾ। ਇਹੀ ਚੀਜ਼ ਬਾਰ-ਬਾਰ ਗੁਰੂ ਸਾਨੂੰ ਸ਼ਬਦ ਦੇ ਰੂਪ ਵਿੱਚ ਪ੍ਰਗਟ ਕਰ ਰਹੇ ਹਨ, ਦੱਸ ਰਹੇ ਹਨ। ਮਹਾਰਾਜ ਕਹਿੰਦੇ ਹੁਣ ਪੰਜ ਦੂਤ ਤੁਧ ਵਸ ਕੀਤੇ। ਜਿਨ੍ਹਾਂ ਨੇ ਸਾਨੂੰ ਕਾਬੂ ਕੀਤਾ ਸੀ, ਉਹਨਾਂ ਨੂੰ ਅਸੀਂ ਕੰਟਰੋਲ ਕਰ ਲਵਾਂਗੇ। ਹੁਣ
ਇਹ ਸ਼ਕਤੀ ਕਿੱਥੋਂ ਆ ਰਹੀ ਹੈ? ਕਿਉਂਕਿ ਮੈਂ ਸੋਰਸ એનર્ਜੀ ਨਾਲ ਕਨੈਕਟ ਹੋ ਗਿਆ ਹਾਂ, ਸ਼ਬਦ ਗੁਰੂ ਨਾਲ ਕਨੈਕਟ ਹੋ ਗਿਆ। ਮੈਂ ਸੋਰਸ ਨਾਲ ਕਨੈਕਟ ਹੋ ਕੇ ਆਪਣੀ એનર્ਜੀ ਨੂੰ ਵਰਤ ਕੇ ਇਹਨਾਂ ਨੂੰ ਕਾਬੂ ਕਰ ਲਿਆ ਹੈ। ਮੈਨੂੰ ਲੱਗਦਾ ਵਿਚਾਰ ਮੈਂ ਹਾਂ, ਪਰ ਮੈਂ ਸੋਰਸ ਨਾਲ ਕਨੈਕਟ ਹੋ ਕੇ ਜਾਣ ਲੈਂਦਾ ਹਾਂ ਮੇਰਾ ਸੋਰਸ ਕੁਝ ਹੋਰ ਹੈ, ਨਾਮ ਹੈ। ਨਾਮ ਕੇ ਤਾਰੇ ਸਗਲੇ ਜੰਤ, ਇਹ ਨਾਮ ਨੂੰ ਮੈਂ ਜਾਣਦਾ ਨਹੀਂ ਹਾਂ, ਔਰ ਮੈਂ ਕਹਿ ਰਿਹਾ ਹਾਂ ਕਿ ਜੀਵਨ ਦਾ ਆਧਾਰ ਨਾਮ ਹੈ, ਪਰ ਨਾਮ ਨੂੰ ਅਗਰ ਮੈਂ ਨਹੀਂ ਜਾਣਦਾ ਤਾਂ ਫਿਰ ਮੈਂ ਜੀਵਨ ਨੂੰ ਕਿੰਨਾ ਜਾਣਦਾ ਹਾਂ? ਇਹੀ ਵਿਚਾਰਨਾ ਹੈ। ਗੁਰੂ ਨੇ ਇਹੀ ਪ੍ਰਸ਼ਨ ਜਪਜੀ ਵਿੱਚ ਵੀ ਮੁੱਢਲੇ ਤੌਰ ਤੇ ਖੜਾ ਕੀਤਾ ਹੈ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ ਕਿਹੜੀ ਹੈ? ਕੂੜ ਦਾ ਪਰਦਾ, ਕੂੜ ਦੀ ਦੀਵਾਰ ਕਿਹੜੀ ਹੈ? ਇਹ ਮੇਰੀ ਹਉਮੈ ਔਰ ਸ਼ਬਦ ਮੇਰੇ ਵਿਚਾਰਾਂ ਦੀ ਹੈ। ਔਰ ਇਹਨੂੰ ਹੁਕਮ, ਗੁਰੂ ਕਹਿੰਦਾ ਹੈ ਹੁਕਮ ਨੂੰ ਜਾਣ ਲਓਗੇ ਤਾਂ ਹਉਮੈ ਗਿਰ ਜਾਏਗੀ। ਹੁਕਮ ਵੀ ਨਾਮ ਹੈ, ਸ਼ਬਦ ਹੈ। ਜੋ ਮੇਰਾ ਸੋਰਸ ਹੈ ਉਹ ਹੁਕਮ ਹੈ। ਕਰਨਾ ਕੀ ਹੈ? ਸ਼ੁਰੂਆਤ ਵਿੱਚ ਇੱਕ ਗੱਦਾ ਲੈ ਕੇ ਬਹਿ ਜਾਓ, ਮੂਲ ਮੰਤਰ ਅੱਖਾਂ ਬੰਦ ਕਰਕੇ ਅਭਿਆਸ ਕਰ ਲਈਏ। ਜਦ ਕੋਈ ਸਾਨੂੰ ਪੁਕਾਰ ਨਾ ਸਕੇ ਕਿਸੇ ਤਰ੍ਹਾਂ ਵੀ, ਕਿਧਰ ਮਰਜੀ, ਪ੍ਰੇਮ ਉੱਠ ਜਾਏਗਾ ਮਨ ਵਿੱਚ, ਸਮਝ ਲੈਣਾ ਗੁਰੂ ਆ ਗਿਆ ਹੈ। ਮੈਨੂੰ ਵੀ ਉਡੀਕ ਹੈ, ਮੈਂ ਵੀ ਪ੍ਰयास ਕਰ ਰਿਹਾ ਹਾਂ। ਜਿਸ ਦਿਨ ਪ੍ਰੇਮ ਆਏਗਾ, ਗੁਰੂ ਕਹਿੰਦਾ ਹੈ ਗੁਰੂ ਆ ਜਾਏਗਾ। ਬਸ ਫਿਰ ਪ੍ਰੇਮ ਦੀ ਕਹਾਣੀ ਸ਼ੁਰੂ ਹੋ ਜਾਏਗੀ। ਗੁਰੂ ਨੇ ਸਮਝਾਇਆ ਹੈ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। गालिब कहता है कि प्रेम ने निकम्मा बना दिता है, वरना हम भी आदमी थे काम के। बस फिर सोर्स नाल कनैक्शन बनने नाल एक लव अफेयर रब नाल शुरू हो जाएगा। जो मैं लभ रहा सी उन्होंने मिलना शुरू हो जाएगा। मेरी कंप्लीटनेस मैनू दिख जाएगी, लोनलीनेस खत्म हो जाएगी। यह गुरु की खेड है। गुरु यह सब जानता है, अपने सिख नूं देना चाहता है, पर अगर सिख फॉलो करे तां, जे असी जाणीए इसनूं तां, जे असी नहीं चलांगे तो सिर्फ शब्द रह गए हैं। कुछ देर की सांझी विचार है, पर अभ्यास में उतर जावांगे जीवन बदलने का पोटेंशियल है। भगत कबीर फिर एक जल्दी विच आ जाते हैं, कहते हैं खेत ही करो निबेड़ा, मेरा निबेड़ा तू जल्दी कर दे भाई, ऐसे जन्म विच मेरा निबेड़ा हो जी। भगत नूं आज़ादी है। बाणी विच दसदा है फिर भगत जिवें एक साज वज जांदा है कोई, इवें भगत दे इशारे ते रब नचदा है, रब चलदा है। फिर जीवन है कि महाराज, इनू तो जानना है, नहीं तो धोखे विच चले जावांगे। आज़ादी, आनंद, प्रेम, मिलना, जिस मिलन नू असी जीवन जानते हाँ वो भी धोखा है। इत्थे कोई भी मिलन परमानेंट नहीं है, क्योंकि फिजिकल लेवल ते जिहड़ा मिलना है वो तो शरीर दे जांदे ही सब विछोड़ा हो जाना है। मिलना तो सिर्फ मन दे मिलन नाल हुंदा है, और जदों मन नाम नाल मिलेगा तो सारे सोर्स नाल मिल गया, फिर सब नाल जुड़ जाएगा, फिर कदे विछोड़ा नहीं होएगा, फिर किसी नाल भी विछोड़ा नहीं है। यही जानना तो मैनू है। जित सेविए सुख पाइए, सो साहिब सदा संभालिए। सुख केड़ा है महाराज? जीवन का एक सुख जिहदे विच सारे सुख वसे हैं। जिथों विचार दे सोर्स उठते हैं वो शब्द नाल कंट्रोल करना है। साहिब कहते हैं आप नहीं करना, ईगो नहीं करेगी, शब्द ही उसनूं काबू कर लैंदा है। कड़िए शब्द सच्ची टकसाल। फिर गुरु समझाते हैं
ਕਿ ਇਹ ਜਿਹੜੇ ਦਰਸ਼ਨ ਹਨ ਘਰ ਦੇ ਵਿੱਚ ਇੱਕ ਬਲੈਸਿੰਗ ਦੀ ਤਰ੍ਹਾਂ, ਇੱਕ ਗਿਫਟ ਦੀ ਤਰ੍ਹਾਂ ਇੱਕ ਕਲਾ ਵਰਤ ਰਹੀ ਹੈ, ਇੱਕ ਮਿਰਕਲ ਹੋ ਜਾਏਗੀ ਲਾਈਫ। ਜੀਵਨ ਇੱਕ ਟ੍ਰੈਜੇਡੀ ਦਿਖਦੀ ਹੈ ਜਿੱਥੋਂ ਅਸੀਂ ਖੜੇ ਹਾਂ, ਪਰ ਗੁਰੂ ਨੂੰ ਇੱਕ ਮਿਰਕਲ ਦਿਖ ਰਿਹਾ ਹੈ, ਇੱਕ ਆਨੰਦ ਦੀ ਕਲਾ ਦਿਖ ਰਹੀ ਹੈ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਗੁਰੂ ਕਹਿੰਦਾ ਹੈ ਫਿਰ ਕਾਲ ਵੀ ਖਤਮ ਹੋ ਜਾਏਗਾ। ਕਾਲ ਦਾ ਮਤਲਬ ਕੀ ਹੈ ਮਹਾਰਾਜ? देयर इज नो डेथ। मैं समा जावांगा पर मेरी आइडेंटिटी अलाइव रहेगी। उस समान विच ही आइडेंटिटी लिंक हो जाएगी। फिर मैं मरांगा नहीं, शरीर चला जाएगा पर आनंद दे रूप विच एक दरिया दे और सागर दे मिलन दी कथा शुरू हो जाएगी। सैलीब्रेशन वध जाएगी, घटेगी नहीं। किसी दिन भगत रविदास का शब्द विचारण बनता है, अलौकिक लोग ने महाराज, उन्हों का मर्डर होया, शरीर ही तलिया, पर देखिए शब्द के रूप में दर्शन उन्होंने कितने निराले हैं। वो कहते हैं मैनू एक शहर मिल गया जिथे कोई गम नहीं है, बेगमपुरा उसका नाम रखते हैं। सानू बेगमपुरा कित्थे मिलेगा? साढ़े सारियां कोल है, कितनी दूर है महाराज? गुरु कहते हैं सवासा वर्गा नेड़े है, इतना नेड़े है कि मैं अपने उतना नेड़े हो ही नहीं सकता, दूर कतों ना जाई। जिवें सवास चलते हैं इवें आनंद मेरे नाल वसदा है महाराज। गुरु कहते हैं वो खिड़की खोलण दी देर है, गुरु नूं मिलण दी देर है बस। आनंद पिया मेरी माए, सतगुरु मैं पाया। एक अरदास बनती है, भगो नानक अरदास। गुरु कहता जो भी स्थिति है, जो भी मेरे मन के हालात हैं, निरंकार सब जानता है। असी पुकारिए, एक संकल्प कर लीए कि मैं खोजांगा, हनेरे विच खोजांगा, सांझ विच खोजांगा, कला खोजांगा जरूर। उस खोजण विच सब कुछ है, क्योंकि जीवन विच इनकंप्लीटनेस नेचर कंप्लीट करती है, अधूरापन नेचर नहीं अलाउ करती। कोई थॉट मेरी आती है कि मैं किधर जाना है, जब तक वो कंप्लीट नहीं होएगी मैं एट पीस नहीं हो सकता। तो नेचर विच इनकंप्लीटनेस नहीं रह सकती। खोजना एक प्रश्न है और मिलना उसका जवाब है। अगर मैं सच्चे दिलों नाल खोजांगा तो जवाब मिलेगा। गुरु भी खोज रहा है। गुरु नानक साहब नूं योगिया ने पूछया, तुसी क्यों निकले हो घर छड़ के अपना? कोई कारण नहीं समझ आता। गुरु कहता है गुरमुख खोजत पए उदासी, दर्शन के ताई पेख निवासी। साच वखर के हम बन जा रे, नानक गुरमुख उतर सपारे। गुरु सच का व्यापारी है, वो अपने नाल सच लैके चलता है और उसनू लभ रहा है जिहड़ा सत का व्यापारी है, सच नू जानना चाहता है, उसनू लभदा है गुरु। जिस मिलिए मन होए आनंद, सो सतगुर कहिए। गुरु नू मिलन नाल आनंद हो जाएगा, वही गुरु है। होर भटकण दी लोड़ नहीं है किधरे। और सानू शब्द दे राही गुरु मिलता है, सानू शब्द नाल वाह पाना है। उस मन नू जानना है जिस मन विच कर वसदा है मेरा। जीवन नू विचारना बनता है हजूर। एक बार एक स्टैप पिछे लैके जीवन नू ऑब्जेक्टिवली व्यू देखना बनता है। मैं कर की रहा हाँ, मैं जा कित्थे रहा हाँ, मैनू करना की चाहिए है। गुरु की हजूरी विच एक सिख बैठ गया तो गुरु मन विच प्रगट हो गया। भाई मंझ की कथा बड़ी प्यारी है। कई साल का प्रेम है गुरु नाल
ਔਰ ਇਸ ਤਰ੍ਹਾਂ ਦਾ ਮਿਲਣ ਨਹੀਂ ਹੈ ਜਿਸ ਤਰ੍ਹਾਂ ਫਿਜ਼ੀਕਲ ਮਿਲਣ ਅਸੀਂ ਕਹੀਏ। ਬਸ ਕਈ ਮਹੀਨਿਆਂ ਵਿੱਚ ਇੱਕ ਵਾਰ ਇਸ਼ਾਰਤਨ ਕੋਈ ਗੱਲ ਹੋ ਜਾਂਦੀ ਹੈ ਔਰ ਭਾਈ ਮੰਝ ਉਸ ਪਾਸੇ ਟੁਰ ਪੈਂਦੇ ਹਨ, ਆਪਣਾ ਸਭ ਕੁਝ ਵਿਗਾੜ ਲੈਂਦੇ ਹਨ, ਸਭ ਕੁਝ ਤਿਆਗ ਦਿੰਦੇ ਹਨ ਗੁਰੂ ਦੇ ਕਹਿਣ 'ਤੇ। ਔਰ ਗੁਰੂ ਵੀ ਇਮਤਿਹਾਨ ਲੈਂਦਾ ਰਹਿੰਦਾ ਹੈ, ਰੁਕਦਾ ਨਹੀਂ ਹੈ। ਅਖੀਰ ਗੁਰੂ ਸਭ ਕੁਝ ਦੇ ਦਿੰਦਾ ਹੈ। ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਹਨ, ਭਾਈ ਮੰਝ ਗੁਰੂ ਕਾ ਬੋਏ ਥਾ। ਰਾਤ ਦੇ ਹਨੇਰੇ ਵਿੱਚ ਭਾਈ ਮੰਝ ਖੂਹ ਵਿੱਚ ਡਿੱਗ ਗਏ ਹਨ, ਫੈਲ ਇਨਟੂ ਅ ਵੈਲ ਇਨ ਦ ਮਿਡਲ ਆਫ ਦ ਨਾਈਟ। ਬਾਹਰ ਪੁਚਾਲ ਆਇਆ ਹੈ, ਗੁਰੂ ਨੰਗੇ ਪੈਰੀ ਅੰਮ੍ਰਿਤਸਰ ਤੋਂ ਭੱਜ ਕੇ ਜਾ ਰਹੇ ਹਨ ਔਰ ਉੱਥੇ ਪਹੁੰਚੇ ਹਨ। ਗੁਰੂ ਨੂੰ ਮਨ ਦੀ ਪੁਕਾਰ ਪਕੜ ਲਈ ਹੈ। ਗੁਰੂ ਹਜ਼ੂਰੀ ਵਿੱਚ ਹੈ ਸਿੱਖ ਦੇ, ਮਨ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿਹੜਾ ਸਿੱਖ ਅਭਿਆਸੀ ਹੈ ਉਹ ਗੁਰੂ ਦੇ ਨਾਲ ਹੀ ਹੈ, ਫਿਜ਼ੀਕਲ ਡਿਸਟੈਂਸ ਹੈ ਬਸ, ਉਹਨਾਂ ਦਾ ਮਨ ਇੱਕੋ ਹੀ ਹੈ। ਭਾਈ ਮੰਝ ਗਿਰੇ ਹਨ, ਗੁਰੂ ਅਰਜਨ ਨੂੰ ਗਿਆਨ ਹੋ ਗਿਆ ਹੈ ਔਰ ਉਹ ਨੰਗੇ ਪੈਰੀ ਭੱਜਦੇ ਗਏ ਹਨ। ਬੜੀ ਪਿਆਰੀ ਗੱਲ ਹੈ। ਖੂਹ ਵਿੱਚ ਜਾ ਕੇ ਪੁਕਾਰਦੇ ਹਨ, ਮੰਝ ਬਾਹਰ ਆ। ਉਹਨੂੰ ਰੱਸਾ ਘੇਰਦੇ ਹਨ। ਉਹ ਵੀ ਪਿਆਰ ਦੀ ਹੋਰ ਤਰ੍ਹਾਂ ਜਤਾਉਂਦਾ ਹੈ, ਕਹਿੰਦਾ ਪਹਿਲਾਂ ਮੇਰੀ ਲੱਕੜਾਂ ਕੱਢੋ। ਗੁਰੂ ਲੱਕੜਾਂ ਕੱਢਦਾ ਹੈ। ਇਹ ਕਥਾ ਹੈ, ਇਹ ਲੱਕੜਾਂ ਦੇ ਪਿੱਛੇ ਇੱਕ ਭੇਦ ਹੈ। ਮੈਂ ਆਪ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਦਾ ਐਕਸਪੀਰੀਅੰਸ ਇੱਕ ਪ੍ਰੇਮ ਦਾ ਐਕਸਪੀਰੀਅੰਸ ਹੈ, ਇੱਕ ਲਵ ਅਫੇਅਰ ਹੈ। ਔਰ ਫਿਰ ਗੁਰੂ ਭਾਈ ਮੰਝ ਨੂੰ ਬਾਹਰ ਕੱਢ ਕੇ ਕਹਿੰਦੇ ਹਨ, ਭਾਈ ਮੰਝ ਗੁਰੂ ਕਾ ਬੋਹਿ ਥਾ। ਇਹ ਗੁਰੂ ਦਾ ਜਹਾਜ਼ ਹੈ, ਇਹਨੇ ਆਉਣ ਵਾਲੇ ਸਿੱਖਾਂ ਦੇ ਇਮਤਿਹਾਨ ਨੂੰ ਘਟਾ ਦਿੱਤਾ ਹੈ। ਅਸੀਂ ਸਭ ਸੁਖ ਮੰਗਦੇ ਹਾਂ, ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ। ਸੁਖੇ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਜਿਹੜੇ ਦੁਨਿਆਵੀ ਸੁੱਖ ਹਨ ਉਹ ਦੁੱਖ ਦੇ ਨਾਲ ਜੁੜੇ ਹਨ ਮਹਾਰਾਜ, ਉਹ ਆਨੰਦ ਨਹੀਂ ਹੈ। ਗੁਰੂ ਕਹਿੰਦੇ ਹਨ, ਅੰਤਰ ਵਸੇ ਨਾ ਬਾਹਰ ਜਾਏ। ਸਾਡਾ ਮਨ ਬਾਹਰ ਰੂਪੀ ਹੈ, ਅੰਤਰ ਨਹੀਂ ਵਸਦਾ ਹੈ। ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਅੰਮ੍ਰਿਤ ਨੂੰ ਛੱਡਦਾ ਹੈ। ਮਨ ਦੇ ਵਿੱਚ ਇੱਕ ਅੰਮ੍ਰਿਤ ਹੈ, ਇੱਕ ਦਰਿਆ ਹੈ, ਇੱਕ ਆਨੰਦ ਬਖਸ਼ਦਾ ਹੈ। ਆਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ। ਇੱਕ ਹੀਰਾ ਹੈ ਜੀਵਨ, ਆਨੰਦ ਦਾ ਹੀਰਾ ਹੈ। ਜੋ ਜੀਵਨ ਵਿੱਚ ਹੋ ਰਿਹਾ ਹੈ ਉਸ ਤੋਂ ਡਰ ਕੇ ਅਸੀਂ ਜੀ ਰਹੇ ਹਾਂ, ਪਰ ਜੀਵਨ ਦੇ ਤੱਤ ਨੂੰ ਜਾਣਨ ਨਾਲ ਮਹਾਰਾਜ ਕਹਿੰਦੇ ਹਨ ਡਰ ਚਲਾ ਜਾਂਦਾ ਹੈ। ਇਹ ਭੈ ਫਿਰ ਪ੍ਰੇਮ ਬਣ ਜਾਂਦਾ ਹੈ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਪੈ ਦੇ ਚਰਨ ਹਨ, ਉਹ ਭਾਵਨਾ ਬਣ ਗਈ ਹੈ। ਫਿਰ ਅੱਖਾਂ ਮਨ ਦੀਆਂ ਅੱਖਾਂ ਬਣ ਗਈਆਂ ਹਨ। ਮਨ ਗਿਆਨ ਵਿੱਚ ਆ ਗਿਆ ਹੈ। ਮਨ ਇਕਾਗਰ ਹੋ ਕੇ ਜਾਣ ਲੈਂਦਾ ਹੈ ਸਭ ਕੁਝ। ਲੋਇਣ ਸੁਰਤ ਕਰੇ। ਫਿਰ ਤ੍ਰਿਸ਼ਨਾ ਜਿਹੜੀ ਸਾਨੂੰ ਪਰੇਸ਼ਾਨ ਕਰਦੀ ਹੈ, ਵਿਆਕੁਲ ਕਰਦੀ ਹੈ, ਸਾਡੀ ਇਨਕੰਪਲੀਟਨੈਸ, ਲੋਨਲੀਨੈਸ ਜਿਹੜੀ ਖਾਂਦੀ ਰਹਿੰਦੀ ਹੈ ਸਾਨੂੰ ਅੰਦਰੋਂ, ਉਹ ਨਾਮ ਉਸ ਨੂੰ ਪੂਰਾ ਕਰ ਦਿੰਦਾ ਹੈ। ਰੋਗਾਂ ਨੂੰ ਫਿਰ ਹਟਾ ਦਿੰਦਾ ਹੈ ਮਨ ਦੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਬੜੀ ਉੱਤਮ ਕਥਾ ਹੈ ਮਹਾਰਾਜ। ਮਨ ਤਾਂ ਫਿਰ ਕਹਿ ਰਿਹਾ 10ਵੇਂ ਦੁਆਰ ਵਿੱਚ ਚਲਾ ਗਿਆ, ਸਹਿਜ ਵਿੱਚ ਆ ਗਿਆ। ਹੁਣ ਇਹਦਾ ਕੌਣ ਕੀ ਵਿਗਾੜ ਸਕਦਾ ਹੈ। ਮਨ ਚੂਰੇ ਖਟ ਦਰਸ਼ਨ ਜਾਨ। ਅਸੀਂ ਉਲਟੇ ਹਾਂ। ਅਸੀਂ ਧਨ ਔਰ ਭੂਮੀ ਦਾ ਮਾਣ ਕਰਦੇ ਹਾਂ। ਗੁਰੂ ਕਹਿੰਦਾ ਹੈ, ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਜਾ ਰਹਿਣਾ ਨਹੀਂ ਐਤ ਜਬ, ਤਾਂ ਕਾਇਤ ਗਾਰ ਵੰਡੀਏ। ਮੰਦਾ ਕਿਸੇ ਨਾ ਆਖੀਏ। ਗੁਰੂ ਦੀ ਗੱਲ ਜਿਹੜੀ ਹੈ, ਦਰਅਸਲ ਆਪ ਨਾਲ ਇਹੀ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਜੋ ਮੈਨੂੰ ਫੀਲਿੰਗ ਲੱਗਦੀ ਹੈ, ਜੋ ਮੈਨੂੰ ਇਸ ਬਾਣੀ ਤੋਂ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ ਕਿ ਗੁਰੂ ਇੱਕ ਮਨ ਦੀ ਖੇੜੇ ਦੀ ਗੱਲ ਚਲਾ ਰਹੇ ਹਨ। ਜਿਹੜਾ ਸਾਡਾ ਸਿਖਰ ਦਾ ਪੋਟੈਂਸ਼ੀਅਲ ਹੈ, ਪੋਸੀਬਿਲਿਟੀ ਹੈ, ਔਰ ਇੱਕ ਅਰਜੈਂਸੀ ਨਾਲ ਸਾਨੂੰ ਉਸ ਦਾ ਰਾਹ ਦੱਸਦੇ ਹਨ। ਨਾਮ, ਦਰਸ਼ਨ, ਉਹਦੇ ਸ਼ਬਦ ਦੇ,
ਘਰ ਦੇ ਦਰਸ਼ਨ, ਮਨ ਦੇ ਵਿੱਚ ਖੇੜੇ ਦੀ ਗੱਲ, ਇਹ ਗੁਰੂ ਕਹਿ ਰਹੇ ਹਨ ਬਾਰ-ਬਾਰ। ਫਿਰ ਗੁਰੂ ਕਹਿ ਰਿਹਾ ਮਾਸਟਰ ਹੋ ਜਾਏਗਾ। ਪੰਚਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਹੁਣ ਦਿਸ ਇਜ਼ ਦ ਮਾਸਟਰ who controls the elements which were controlling him earlier or her. ਤੁਰ ਕਰਮ ਪੰਚਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰ ਕੇ ਲਾਗੇ। ਤੁਰ ਤੋਂ ਜਦ ਮੈਂ ਸੋਰਸ ਨਾਲ ਕਨੈਕਟ ਹੋ ਗਿਆ ਹਾਂ ਤਾਂ ਇੱਕ ਕਰਮ ਵਸ ਰਿਹਾ ਹੈ, ਫਿਰ ਇੱਕ ਨਦਰ ਵਸ ਰਹੀ, ਇੱਕ ਐਨਰਜੀ ਵਸ ਰਹੀ, ਇੱਕ ਕਲਾ ਵਰਤ ਰਹੀ, ਇੱਕ ਮਿਰਕਲ ਮੇਰੇ ਵਿੱਚ ਬਹਿ ਰਿਹਾ ਹੈ। ਅਗਰ ਕਬੀਰ ਉਸ ਨੂੰ ਕਹਿੰਦੇ ਹਨ ਲਹਿੰਗ ਦਰਿਆ, ਕਿ ਦਰਿਆ ਆਨੰਦ ਦਾ ਇੱਕ ਦਰਿਆ ਮੇਰੇ ਅੰਦਰ ਬਹਿੰਦਾ ਹੈ। ਗੁਰੂ ਕਹਿੰਦਾ ਹੈ ਇਹਦੇ ਵਿੱਚ ਡੁਬਕੀ ਲਗਾ ਲੈ, ਗੁਸਲ ਕਰਦਨ ਬੂਦ। ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰ ਕੇ ਲਾਗੇ। ਜਿਸ ਨੂੰ ਉਹਦਾ ਸੋਰਸ ਦਾ ਗਿਆਨ ਹੋ ਗਿਆ, ਉਹਦੀ ਨਜ਼ਰ ਨਾਲ ਕਨੈਕਟ ਹੋ ਗਿਆ, ਆਜ਼ਾਦ ਹੋ ਗਿਆ ਕਰਮ ਤੋਂ। ਫਿਰ ਕਰਮ ਦੀ ਥਿਉਰੀ ਤੋਂ ਪਰੇ ਨਜ਼ਰ ਦੇ ਵਿੱਚ ਵਸ ਗਿਆ ਔਰ ਨਾਮ ਮਨ ਦੇ ਵਿੱਚ ਪ੍ਰਗਟ ਹੋ ਗਿਆ, ਇੱਕ ਸਦਾ ਲਈ ਖੇੜਾ। ਇਹ ਕੰਮ ਗੁਰੂ ਦਾ ਹੈ, ਗੁਰੂ ਦੇ ਬਿਨਾਂ ਨਹੀਂ ਹੋ ਸਕਦਾ। ਜਪਜੀ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਮੈਂ ਜਾਣਦਾ ਹਾਂ ਕਿ ਮੇਰਾ ਮਨ ਸੁਚੇਤ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਕਿ ਮੈਂ ਗੁਰੂ ਨੂੰ ਨਹੀਂ ਜਾਣਦਾ, ਮੇਰਾ ਮਨ ਸੁਚੇਤ ਹੈ, ਬਸ ਅਵੇਅਰ ਹਾਂ ਮੈਂ। ਤਾਂ ਗੁਰੂ ਕਹਿੰਦਾ ਪੋਸੀਬਿਲਿਟੀ ਨਹੀਂ ਹੈ, ਇੱਥੇ ਅਨਪ੍ਰੋਡਕਟਿਵ ਲਾਈਫ ਰਹੇਗੀ। ਛੂਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ। ਇੱਥੇ ਇਸ ਮਨ ਨੂੰ ਖੇੜੇ ਵਿੱਚ, ਆਨੰਦ ਦੇ ਵਿੱਚ ਪਾਉਣ ਲਈ ਗੁਰੂ ਦਾ ਰੋਲ ਹੈ। ਗੁਰੂ ਨੂੰ ਆਪਣਾ ਮਨ ਅਰਪਣ ਕਰਨਾ ਪਏਗਾ, ਇਹ ਥਾਟ ਮਾਈਂਡ ਨੂੰ ਗਿਰਨਾ ਪਏਗਾ। ਉਹਦੇ ਬਿਨਾਂ ਪੋਸੀਬਿਲਿਟੀ ਨਹੀਂ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਮਹਾਰਾਜ ਕਹਿੰਦੇ ਹਨ ਫਿਰ ਕਹੇ ਨਾਨਕ ਤਹਿ ਸੁਖ ਹੋਆ। ਉਸ ਨੂੰ ਫਿਰ ਸੁਖ ਹੋਇਆ। ਸੁਖ ਕਿਹੜਾ? ਔਂਕੜ ਹੈ। ਉਹ ਨਿਰੰਕਾਰ ਦਾ ਇੱਕ ਸੁਖ ਜਿਹੜਾ ਆਨੰਦ ਦੇ ਰੂਪ ਵਿੱਚ ਹੈ, ਕੋਰ ਦੇ ਵਿੱਚ, ਸੋਰਸ ਆਫ ਲਾਈਫ ਵਿੱਚ ਜਿਹੜਾ ਸੁਖ ਵਸਦਾ ਹੈ। ਤਹਿ ਨਾਨਕ ਸੁਖ ਹੋਆ ਤਿਤ ਘਰ ਅਨਹਦ ਵਾਜੇ। ਫਿਰ ਬਿਨਾਂ ਹੱਦ ਦੇ ਇੱਕ ਸੈਲੀਬ੍ਰੇਸ਼ਨ ਚੱਲ ਰਹੀ ਹੈ ਜੀਵਨ ਦੇ ਵਿੱਚ। देर आर नो बाउंड्रीज। एक आज़ाद आसमान जिवें एक आज़ाद होंदा है, इवें मेरा जीवन शिखर जीवन दा पहुँच सकता है जे सानू गुरु कृपा करे, आसीस बख्शे, असी शब्द का अभ्यास कमाईए, अपना जीवन बदलांगे, सब दा बदलांगे। दुख और सुख नू छड्ड के एक आनंद दी बेड़ी विच पैर रख लवांगे, जिहड़ी सदा लई है महाराज। जिथे मिलन ही मिलन है, विछोड़ा नहीं है, जिथे रोग नहीं हैं, जिथे कोई लॉस नहीं है, नुकसान नहीं है, जिथे एंग्जाइटी नहीं है, स्ट्रेस नहीं है, दुख नहीं है और कोई विघन नहीं हैं, नोबडी कैन स्टॉप। यही बाणी दस रही है। सांझी अरदास करिए, संगत बख्शे महाराज, नदर बख्शे, असी कमाई कर सकीए। एक पुकार मन विच रहे, अब की बार बख्श बंदे को, पावर न पव जल फेरा। किरपा करे गुरु। इस शरीर दे जीवन विच नर ते सुर होए जात निमुख में, सतगुर बुद्ध सिखलाई। गुरु को इतना अर्पण हो जाइए कि वो ज्ञान जीवन विच उतर आए, गुरु की संगत मिल जाए। आप सब का बहुत धन्यवाद है महाराज। सांझे हो के मन बदली हो जाता है, जीवन तो टुट के किधरे दूर चला जाता है। गुरु के दर्शन होंदे हन संगत दे विच। अमृतसर साहब अकाल तख्त के सामने दो निशान साहब हैगे। मैनू बुजुर्गों ने समझाया कि एक निशान साहब संगत का है, वो थोड़ा उच्चा है, दूसरा गुरु का है। तो संगत 21 बिस्वे, गुरु 20 बिस्वे। शायद मैं गलत भी होवां, पर यह गल बड़ी प्यारी है।
ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਇਹੋ ਜਿਹੀ ਖੇਡ ਵਰਤਾਈ ਹੈ ਔਰ ਇੱਕ ਇਹੋ ਜਿਹੀ ਲਵ ਅਫੇਅਰ ਸ਼ੁਰੂ ਕੀਤਾ ਹੈ ਜਿਹੜਾ ਸਦਾ ਲਈ ਹੈ। ਮਹਾਰਾਜ ਕਹਿੰਦੇ ਹਨ, ਮੈਨੂੰ ਲੱਭਣਾ ਹੈ, ਮੇਰੇ ਖਾਲਸੇ ਦੇ ਵਿੱਚ ਲੱਭਣਾ, ਮੈਨੂੰ ਮਿਲਣਾ ਹੈ, ਮੈਂ ਖਾਲਸੇ ਦੇ ਵਿੱਚ ਰਹਾਂਗਾ। ਇਹ ਮਿਲਣ ਹੈ ਜੀਵਨ ਦਾ, ਇਹ ਇੱਕ ਪ੍ਰੇਮ ਹੈ ਜਿਹਦੇ ਵਿੱਚ ਇਮੈਂਸ ਪੋਸੀਬਿਲਿਟੀਜ਼ ਹਨ। ਸੋਰਸ ਆਫ ਲਾਈਫ ਤੋਂ ਸ਼ੁਰੂ ਹੁੰਦਾ ਹੈ, ਇਸ ਕਰਕੇ ਫੋਰਐਵਰ ਹੈ। ਗੁਰੂ ਗਏ ਕਿਧਰੇ ਨਹੀਂ ਹਨ, ਜਾਣਾ ਕਿੱਥੇ ਹੈ, ਹਾਜ਼ਰ ਹਨ ਮਹਾਰਾਜ। ਅਸੀਂ ਧਿਆਨ ਉਹਨਾਂ ਦਾ ਨਹੀਂ ਕਰ ਪਾਉਂਦੇ ਤਾਂ ਸਾਨੂੰ ਗਿਆਨ ਨਹੀਂ ਹੁੰਦਾ ਹੈ। ਸੰਗਤ ਵਿੱਚ ਧਿਆਨ ਕਰੀਏ, ਕੀ ਪਤਾ ਲੱਗਦਾ ਹੈ ਆਪ ਚੋਂ ਕੌਣ ਕਮਾਈ ਵਾਲੇ ਹੋਣ। ਮਹਾਰਾਜ ਇਤਨੀ ਵਿਚਾਰ ਪ੍ਰਵਾਨ ਕਰਨਾ। ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।